श्री वाहिगुरु जी। मारो महला पहला। साचे साहिब सिरजनहारे, जिन धर चक्र धरे विचारे। आपे करता कर कर वेखै, साचा वे परवाह है। साचे साहिब सिरजनहारे। वाहिगुरु जी का खालसा, वाहिगुरु जी की फतेह। कोट ब्रह्मंडां दे मालक, जुगो जुगिया टल शब्दा अवतार, दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़मन बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी, सुन सुन होवे परम गत मेरी। जलन बुझी शीतल हुए मनुआ, सतगुर का दर्शन पाई जियो। सतगुरां दी पवित्र अमृत बाणी दी कथा विचार व्याख्या सो सरवण करके लाह प्राप्त करो। गुरु साहब जी का फरमान है, भजो हो गोबिंद भूल मत जाहो। मानस जन्म का यही लाहो। हे गुरमुख प्यारियो, गोबिंद दा भजन करो, मता तुसीं भुल जावो। ये मनुखा जन्म का सब तो उत्तम लाभ है। रब ने बंदे दी जोन च पाया। वेखो पशु पंछी गुरुद्वारा साहब विखे आके नहीं बैठ सकता। इंसान एक राजियां की तरह बनाया परमात्मा ने। सबना दे उपर इहदा राज है और जागदे दिमाग वाला है। ये अपना भला आप कर सकता है। सो मनुखा जन्म का ही लाभ है कि आप सत्संगत करिए, गुरबाणी की कथा सुनिए, कीर्तन में चित जोड़िए, नितनेम करिए। जिंदगी तो कुछ पैसे तो उपर उठ के सवेर शाम अपनी आत्मा के भले वास्ते विछड़ी रूह नूं प्रभु चरणों दे विच जगह मिले, इस वास्ते कुछ उद्यम करिए। उद्यम कर हर जापना, पड़भागी तन खाट, संत संग हर सिमरना, मल जन्म जन्म की काट। प्यार न लखो जी सतनाम श्री वाहिगुरु जी। सतनाम श्री वाहिगुरु साहिब जीओ। मारू महला पहला। मारू राग विच पहले पातशाह धन सतगुरु श्री गुरु नानक देव साहब जी महाराज सूलहे शब्द उचारण कर रहे हैं। साचे साहिबा सिरजनहारे। हे भाई वो सच स्वरूप मालक कति रचनहार प्रभु नो सिमरन करो। सिमरन करना ही एक जिंदगी है।
ਤੇ ਭੁੱਲਣਾ ਇੱਕ ਮੌਤ ਹੈ। ਮਰ ਨਾ ਜਾਹੀ ਜਿਨ ਬਿਸਰਤ ਨਾਮ, ਮਰ ਨਾ ਜਾਹੀ ਜਿਨ ਬਿਸਰਤ ਰਾਮ, ਨਾਮ ਮਿਹੂਣ ਜੀਵਨ ਕੌਣ ਕਾਮ। ਜਿਨ ਤਰ ਚਕਰ ਤਰੇ ਵਿਚਾਰੇ। ਸਿਮਰਨ ਕਿਸ ਦਾ ਕਰਨਾ ਹੈ? ਜਿਸ ਨੇ ਧਰਤੀ ਆਦਿਕ ਚੱਕਰ ਵਿਚਾਰ ਕੇ ਰੱਖਣਾ ਕੀਤੇ ਹਨ, ਜਾਂ ਧਰਤੀ ਆਦਿਕ ਚੱਕਰ ਵਿਚਾਰ ਕਰਕੇ ਆਪਣੀ ਚੇਤਨ ਸੱਤਾ ਦੇ ਆਸਰੇ ਰੱਖੇ ਹੋਏ ਨੇ, ਜਾਂ ਕਾਲ ਦੇ ਚੱਕਰ ਵਿੱਚ ਪਾ ਕੇ ਰੱਖੇ ਹੋਏ ਹਨ। ਆਪੇ ਕਰਤਾ ਕਰ ਕਰ ਵੇਖੈ। ਰਚਨਹਾਰ ਪਰਮਾਤਮਾ ਆਪ ਹੀ ਉਤਪਤੀ ਕਰਕੇ ਪਾਲਣਾ ਕਰਕੇ ਵੇਖਦਾ ਹੈ। ਐਸਾ ਵਾਹਿਗੁਰੂ ਸਾਚਾ ਬੇਪਰਵਾਹ ਹੈ। ਉਹ ਸੱਚਾ ਪ੍ਰਭੂ ਆਪ ਬੇਮੁਹਤਾਜ ਹੈ। ਵੇਖੇ ਵੇਖੇ ਜੰਤ ਪਾਏ। ਪਰਮੇਸ਼ਰ ਨੇ ਵੱਖ ਵੱਖ ਤਰ੍ਹਾਂ ਦੇ ਉੱਤਮ, ਮੱਧਮ, ਕਨਿਸ਼ਟ, ਅਧਮਾਦਿਕ ਜੀਆ ਜੰਤ ਪੈਦਾ ਕੀਤੇ ਹਨ। ਦੋਇ ਪੰਦੀ ਦੋਇ ਰਾਹ ਚਲਾਏ। ਦੋ ਸਿੱਖਿਆ ਦੇਣ ਵਾਲੇ ਗੁਰਮੁਖ ਅਤੇ ਮਨਮੁਖ ਪੈਦਾ ਕੀਤੇ ਨੇ, ਅਤੇ ਦੋ ਹੀ ਆਸਤਕ ਅਤੇ ਨਾਸਤਿਕ ਰੂਪ ਰਸਤੇ ਤੋਰਨਾ ਕੀਤੇ ਹਨ। ਇਸੇ ਪ੍ਰਕਾਰ ਦੋਇ ਪੰਦੀ ਦੋਇ ਰਾਹ ਚਲਾਏ। ਦੋ ਬੰਦੀ ਇਹਦੇ ਤੋਂ ਭਾਵ ਹਿੰਦੂ ਅਤੇ ਮੁਸਲਮਾਨ, ਜਾਂ ਦੇਵਤਾ ਅਤੇ ਦੈਨ, ਜਾਂ ਸਾਧੂ ਅਤੇ ਗ੍ਰਸਤੀ ਆਦਿਕ, ਇਹ ਦੋ ਰਸਤੇ ਬਣਾਏ ਹਨ, ਅਤੇ ਇਹਨਾਂ ਨੂੰ ਵੱਖੋ ਵੱਖ ਦੋ ਰਾਹਾਂ ਤੇ ਚਲਾਉਣਾ ਕਰਦਾ ਹੈ। ਭਾਵ ਹਿੰਦੂ ਮੰਦਰਾਂ ਵਿੱਚ ਜਾਂਦਾ ਹੈ ਅਤੇ ਮੁਸਲਮਾਨ ਮਸਜਿਦ ਵਿੱਚ ਜਾਂਦਾ ਹੈ। ਦੇਵਤੇ ਪੁੰਨ ਕਰਦੇ ਨੇ, ਦੈਂਤ ਪਾਪ ਕਰਦੇ ਨੇ, ਸਾਧੂ ਵਿਰਕਤ ਰਹਿੰਦੇ ਨੇ, ਅਤੇ ਗ੍ਰਸਤੀ ਪਦਾਰਥਾਂ ਨੂੰ ਭੋਗਣ ਵਾਲਾ। ਇਉਂ ਦੋ ਰਾਹ ਬਣਾ ਦਿੱਤੇ ਹਨ। ਗੁਰ ਬੂਰੇ ਬਿਨ ਮੁਕਤ ਨ ਹੋਈ। ਪਰ ਪੂਰਨ ਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਮੁਕਤੀ ਨਹੀਂ ਹੋਣੀ ਹੈ। ਸਚ ਨਾਮ ਜਪ ਲਾਹੇ। ਗੁਰਾਂ ਦੁਆਰਾ ਸੱਚੇ ਨਾਮ ਨੂੰ ਜਪ ਕੇ ਹੀ ਲਾਭ ਪ੍ਰਾਪਤ ਹੁੰਦਾ ਹੈ। ਪੜ੍ਹ ਮਨ ਮੁਖ ਪਰ ਬਿਧ ਨਹੀਂ ਜਾਣਾ। ਮਨਮੁਖ ਪੁਰਸ਼ ਵੇਦਾਂ ਸ਼ਾਸਤਰਾਂ ਆਦਿਕਾਂ ਨੂੰ ਪੜ੍ਹਦੇ ਤਾਂ ਹਨ, ਪਰੰਤੂ ਉਸ ਦੇ ਸਿਧਾਂਤ ਨੂੰ ਧਾਰਨ ਕਰਨ ਦੀ ਯੁਗਤੀ ਨੂੰ ਉਹ ਨਹੀਂ ਜਾਣਦੇ। ਨਾਮ ਨ ਬੂਝਾ ਹੈ ਪਰਮ ਭੁਲਾਨਾ। ਉਹ ਗੁਰਾਂ ਦੁਆਰਾ ਪਰਮੇਸ਼ਰ ਦਾ ਨਾਮ ਨਹੀਂ ਪੁੱਛਦੇ, ਸਮਝਦੇ ਨਹੀਂ, ਭਰਮ ਦੇ ਵਿੱਚ ਹੀ ਭੁੱਲੇ ਰਹਿੰਦੇ ਹਨ। ਲੈ ਕਾ ਵੱਡੀ ਦੇਨ ਉਗਾਹੇ। ਉਹ ਲੋਕਾਂ ਦੇ ਕੋਲੋਂ ਵੱਡੀਆਂ ਰਿਸ਼ਵਤਾਂ ਲੈ ਲੈ ਕੇ ਝੂਠੀ ਗਵਾਹੀ ਦਿੰਦੇ ਨੇ। ਜਿੰਨੇ ਪੈਸੇ ਥੋੜੇ ਦਿੱਤੇ ਉਹਦੀ ਗਵਾਹੀ ਦੇਣੀ ਕੋਈ ਨਹੀਂ, ਜਿੰਨੇ ਜ਼ਿਆਦਾ ਵੱਧ ਦੇ ਦਿੱਤੇ ਉਹ ਥੋੜੇ ਵੀ ਨਹੀਂ ਮੋੜਨੇ, ਦੂਜੇ ਪਾਸੇ ਪਲੜਾ ਭਾਰੂ ਕਰ ਦੇਣਾ। ਇਉਂ ਕੋਰਟ ਕਚਹਿਰੀਆਂ ਦੇ ਵਿੱਚ ਅੱਜ ਕੱਲ੍ਹ ਫੈਸਲੇ ਹੁੰਦੇ ਨੇ, ਨਿਆਂ ਨਹੀਂ ਹੁੰਦੇ। ਕਲਯੁਗ ਦਾ ਸਮਾਂ ਹੈ, ਜਿੰਨੇ ਪੈਸਾ ਚਾੜ ਦਿੱਤਾ ਉਹਦਾ ਪਲੜਾ ਭਾਰੂ ਹੋ ਜਾਏਗਾ। ਜਿਹਦੇ ਕੋਲ ਦੇਣ ਲਈ ਕੁਛ ਨਹੀਂ ਉਹ ਖੱਜਲ ਖੁਆਰ ਹੁੰਦਾ ਰਹੇਗਾ। ਇਹਦਾ ਸੁਭਾਅ ਹੈ ਮਨੁੱਖ ਦਾ ਕਿ ਵੱਡੀ ਦੇ ਕੇ ਤੇ ਆਪ ਦਾ ਕੰਮ ਕਰਾ ਲੈਂਦਾ, ਜਾਂ ਵੱਡੀ ਲੈ ਕੇ ਉਗਾਹੀਆਂ ਗਵਾਹੀਆਂ ਦਿੰਦੇ ਹਨ। ਦੁਰਮਤ ਕਾ ਗਲ ਫਾਹੇ। ਉਹਨਾਂ ਦੇ ਗਲੇ ਵਿੱਚ ਖੋਟੀ ਮੱਤ ਦਾ ਫਾਹਾ ਪਿਆ ਹੋਇਆ ਹੈ। ਪੰਜਾਬ ਦਾ ਬੇੜਾ ਹੀ ਬੈਠਾ ਹੋਇਆ ਹੈ। ਕਿਸੇ ਜ਼ਮੀਨ ਜਾਇਦਾਦ ਦੀ ਰਜਿਸਟਰੀ ਕਰਾਉਣ ਚਲੇ ਜਾਓ
ਤਾਂ ਇੱਕ ਰਜਿਸਟਰੀ ਦਾ ਤਹਿਸੀਲਦਾਰ ਦਾ 10,000 ਰੁਪਈਆ ਤੇ ਨੰਬਰਦਾਰ ਦਾ। ਜੇ ਤਾਂ ਵੱਧ ਪੈਸੇ ਜ਼ਮੀਨਾਂ ਦੀ ਆ ਫਿਰ ਤਾਂ ਵੀ 30-30, 40-40, 50-50 ਹਜ਼ਾਰ। ਕਹਿੰਦੇ 50 ਲੱਖ ਦੀ ਰਜਿਸਟਰੀ ਆ, 50,000 ਤਾਂ ਦਿਓ। ਛੋਟੀਆਂ ਮੋਟੀਆਂ ਦੇ ਵੀ 500 ਰੁਪਈਆ ਕਿਤੇ ਗਿਆ ਨਹੀਂ ਤੇ ਪਤਾ ਨਹੀਂ। ਉੱਥੇ ਸੈਂਕੜਿਆਂ ਦੇ ਹਿਸਾਬ ਨਾਲ ਦਿਹਾੜੀ 'ਚ ਕੰਮ ਹੁੰਦਾ। ਉਹਨਾਂ ਦਾ ਕੰਮ ਹੀ ਇਹ ਹੈ ਵੀ ਨਹਾ ਧੋ ਕੇ ਸੋਹਣੇ ਬੜੇ ਕੱਪੜੇ ਪਾ ਕੇ ਉੱਥੇ ਇਹ ਤੁਰੇ ਫਿਰਨਾ, ਸੱਜੇ ਖੱਬੇ ਏਜੰਟ ਛੱਡੇ ਹੋਏ ਨੇ। ਆਓ ਜੀ ਨੰਬਰਦਾਰ ਜੀ, ਆਓ ਜੀ ਪਟਵਾਰੀ ਜੀ। ਤੋ ਪਤਾ ਨਹੀਂ, ਲੋਕ ਹੈਰਾਨੀ ਦੀ ਗੱਲ ਹੈ ਵੀ ਪੈਸਾ ਲੈ ਕੇ ਕਿੱਥੇ ਜਾਂਦੇ ਨੇ। ਉਹਨਾਂ ਕਰਨਾ ਕੀ ਹੈ ਇੰਨਾ? ਹਿੱਕ ਤੇ ਰੱਖ ਕੇ ਤਾਂ ਬੰਦਾ ਮਰ ਨਹੀਂ ਸਕਦਾ। ਮੜੀਆਂ 'ਚ ਅੱਜ ਤੱਕ ਕਿਸੇ ਦੇ ਨਾਲ ਗਿਆ ਵੇਖਿਆ ਨਹੀਂ ਤੇ ਪਰ ਫਿਰ ਵੀ ਦੁਨੀਆ ਸਮਝਦੀ ਨਹੀਂ ਹੈ। ਲੋਕਡਾਊਨ ਤੇ ਨੋਟਬੰਦੀ ਨੇ ਇੰਨੀ ਦੁਨੀਆ ਨੂੰ ਮੱਤ ਦਿੱਤੀ ਪਰ ਲੋਕ ਨਹੀਂ ਸਮਝਣਗੇ। ਮਹਾਰਾਜ ਕਹਿੰਦੇ ਨੇ ਵੀ ਰੱਬ ਵੱਲੋਂ ਝੂਠੇ ਪੈਣਗੇ, ਖੋਟੀ ਮੱਤ ਵਾਲੇ ਨੇ। ਹੁਣ ਤਾਂ ਜੋ ਮਰਜ਼ੀ ਉਹਨਾਂ ਨੂੰ ਮਨ ਪਾਉਂਦਾ, ਖੁਸ਼ੀਆਂ ਮਨਾਉਣ, ਜੋ ਮਰਜ਼ੀ ਕਰਨ, ਪਰ ਅੱਗੇ ਲੇਖਾ ਦੇਣਾ ਪਏਗਾ। ਉਹਨਾਂ ਦੇ ਗਲ ਦੇ ਵਿੱਚ ਇੱਥੇ ਵੀ ਫਾਹ ਪਿਆ ਹੋਇਆ ਹੈ ਖੋਟੀਆਂ ਮਤਾਂ ਦਾ। ਅੱਗੇ ਯਮਦੂਤ ਵੱਡਾ ਹੋਇਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀਆ, ਬਹਿ ਲੇਖਾ ਕਰ ਸਮਝਾਇਆ। ਥਾਉ ਨ ਹੋਵੀ ਪਾਉਂਦੀ, ਹੁਣ ਸੁਣੀਆਂ ਕਿਆ ਰੁਆਇਆ। ਮਨ ਅੰਦਰ ਜਨਮ ਗਵਾਇਆ। ਸੋ ਅੰਨੇ ਮਨ ਵਾਲਿਆਂ ਨੇ ਆਪਦੇ ਮਨੁੱਖਾ ਜਨਮ ਨੂੰ ਵੱਢੀ ਲੈ ਕੇ ਗਵਾ ਦਿੱਤਾ ਹੈ। ਜਗ੍ਹਾ ਜਗ੍ਹਾ ਤੇ ਲਿਖਿਆ ਹੋਇਆ ਹੈ ਵੀ ਸਰਕਾਰੀ ਬੰਦਿਆਂ ਨੂੰ ਮੋਟੀਆਂ ਰਕਮਾਂ ਤਨਖਾਹਾਂ ਦਿੱਤੀਆਂ ਜਾਂਦੀਆਂ। ਕੋਈ ਪੈਸੇ ਮੰਗਦਾ ਉਹਦੀ ਕੰਪਲੇਂਟ ਕਰੋ, ਪਰ ਸਭਨਾਂ ਨੂੰ ਪਤਾ ਵੀ ਕੀ ਹੋ ਰਿਹਾ ਹੈ। ਇਸ ਵਾਸਤੇ ਝੂਠੀ ਗਵਾਹੀ ਦੇਣ ਲਈ ਬਹੁਤ ਮੋਟਾ ਮਾਲ ਉਹ ਮੰਗਦੇ ਹਨ। ਸਿਮਰਤ ਸ਼ਾਸਤਰ ਪੜ੍ਹੈ ਪੁਰਾਣਾ, ਤੇ ਗਲ ਵਿੱਚ ਫਾਹ ਪਿਆ ਹੋਇਆ। ਹੈਰਾਨੀ ਦੀ ਗੱਲ ਹੈ ਕਿ ਅਨਪੜ੍ਹ ਬੰਦਾ, ਗਰੀਬ ਬੰਦਾ ਤਾਂ ਸੰਦੋਖੀ ਹੋਊਗਾ, ਆਪਦਾ ਦਿਹਾੜੀ ਟੱਪਾ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰ ਲਊਗਾ। ਪਰ ਜਿਹੜੇ ਪੜ੍ਹੇ ਲਿਖੇ ਨੇ, ਵਕੀਲ ਕੀ, ਡਾਕਟਰ ਕੀ, ਡਾਕਟਰ ਰੱਬ ਮੰਨਿਆ ਸੀ ਦੁਨੀਆ ਦਾ, ਦੂਸਰਾ ਪਰਮਾਤਮਾ, ਪਰ ਦੁਨੀਆ ਦਾ ਉਹਨਾਂ ਤੋਂ ਵੀ ਵਿਸ਼ਵਾਸ ਉੱਠ ਗਿਆ। ਸਰੀਰ ਜਿੰਨੇ ਜਵਾਨ, ਮੋਟੇ ਤਾਜੇ, ਚੰਗੇ ਭਲੇ, ਸੋਹਣੇ ਸੁਨੱਖੇ ਮਨੁੱਖ ਕਰੋਨਾ ਨਾਮ ਦੀ ਮਹਾਮਾਰੀ ਦਾ ਨਾਮ ਲੈ ਕੇ ਲਿਫਾਫਿਆਂ 'ਚ ਪਾ ਕੇ ਪਾਰਟਸ ਕੱਢ ਕੇ ਸਪਲਾਈ ਕਰ ਦਿੱਤੇ। ਫਿਰ ਉੱਥੇ ਹੀ ਗੱਲ ਆ ਗਈ ਵੀ ਪੈਸਾ ਪਤਾ ਨਹੀਂ ਕਿੱਥੇ ਲਿਜਾਣਾ ਲੋਕਾਂ ਨੇ, ਤੇ ਚੰਗੇ ਭਲੇ ਨੌਜਵਾਨਾਂ ਨੂੰ ਲਿਫਾਫਿਆਂ 'ਚ ਪਾ ਕੇ ਤੋਰ ਦਿੱਤਾ। ਅਤੇ ਵਕੀਲ ਉਹਨਾਂ ਚਿਰ ਤੁਹਾਡੇ ਨਾਲ ਗੱਲ ਨਹੀਂ ਕਰੂਗਾ ਜਿੰਨਾ ਚਿਰ 50,000 ਰੁਪਇਆ ਫੀਸ ਰੱਖੋਗੇ ਨਹੀਂ। ਜੇ ਪੁੱਛੋਗੇ ਵੀ ਕੇਸ ਪਾਸ ਹੋ ਜਾਏਗਾ, ਗੁੱਸਾ ਕਰੇਗਾ ਵੀ ਇਹ ਪੁੱਛਿਆ ਕਿਉਂ? ਮੇਰਾ ਕੰਮ ਲੜਨਾ ਹੈ, ਪਾਸ ਕਰਾਉਣਾ ਨਹੀਂ ਹੈ। ਇਸ ਵਾਸਤੇ ਛੋਟੀ ਜਿਹੀ ਟੁੱਟੀ ਜਿਹੀ ਐਪਲੀਕੇਸ਼ਨ ਲਿਖਣੀ ਹੁੰਦੀ, 1 ਜਾਂ 2 ਪੇਪਰ ਦੀ। ਕੀ ਕਰੀਏ ਜੀ? ਰੈਂਟ ਵੀ ਦੇਣਾ, ਬੱਚੇ ਵੀ ਪੜ੍ਹਾਉਣੇ, ਗੱਡੀ ਦਾ ਵੀ ਖਰਚਾ ਜੀ। ਆਪਾਂ ਤਾਂ 50,000 ਤੋਂ ਘੱਟ ਫੀਸ ਨਹੀਂ ਲੈਂਦੇ ਬਾਬਾ ਜੀ, ਕਿਉਂਕਿ ਪੜ੍ਹਾਈਆਂ ਲਿਖਾਈਆਂ ਕਰਨੀਆਂ ਕਿਹੜੀਆਂ ਸੌਖੀਆਂ ਨੇ। ਰਿਸ਼ਵਤਾਂ ਦੇ ਤਾਂ ਸੀਟਾਂ ਲਈਆਂ, ਮੋਟਾ ਮਾਲ ਚਾੜ ਕੇ ਤਾਂ ਪਾਸ ਹੋਏ ਨੇ। MBBS ਦੇ ਵਿੱਚ ਸੀਟ ਲੈਣੀ ਹੋਵੇ ਤਾਂ ਚੰਗੇ ਭਲੇ ਸਟੂਡੈਂਟ ਨੂੰ, ਜਿਹਦੇ ਨੰਬਰ ਵੀ ਆਏ ਹੋਣ, 50 ਲੱਖ ਤੋਂ ਲੈ ਕੇ 1 ਕਰੋੜ ਤੱਕ ਦੀ ਡੋਨੇਸ਼ਨ ਹੈ। ਧਾਰਮਿਕ ਸੰਸਥਾ ਟਰਸਟ ਵੱਲੋਂ ਵੀ ਜਿਹੜੇ ਕਾਲਜ ਚਲਾਏ ਜਾ ਰਹੇ ਨੇ, ਪ੍ਰਾਈਵੇਟਾਂ ਦੀ ਤਾਂ ਹੈ ਹੀ ਹੈ। ਇਸ ਵਾਸਤੇ ਵਕਾਲਤ ਕਰਨੀ ਕਿਹੜੀ ਸੌਖੀ ਹੈ ਜੀ, ਉਹ ਹੁਣ ਤੁਹਾਡੇ ਤੋਂ ਹੀ ਬਟੋਰਨਾ। ਤਾਂ ਇਸ ਲਈ ਲੋਕ ਵਿਦਵਾਨ ਬਣ ਜਾਂਦੇ ਨੇ, ਪੜ੍ਹ ਲਿਖ ਕੇ ਪਤਾ ਨਹੀਂ ਕਿਤਾਬਾਂ 'ਚ ਇਹੀ ਸਮਝਾਇਆ ਹੁੰਦਾ ਵੀ ਰਿਸ਼ਵਤ ਕਿਵੇਂ ਲੈਣੀ ਹੈ, ਝੂਠ ਕਿਵੇਂ ਬੋਲਣਾ। ਜਿਹੜਾ ਟੌਪਰ ਦਾ ਝੂਠਾ ਬੰਦਾ ਹੋਊਗਾ ਉਹਨੂੰ ਕਹੋਗੇ ਵੀ ਇਹ ਬਹੁਤ ਸੁੰਦਰ ਵਕੀਲ ਹੈ, ਇਹਦਾ ਕੇਸ ਕਦੀ ਫੇਲ ਨਹੀਂ ਹੁੰਦਾ।
तो इस वास्ते विद्वान लोग पढ़ लेके आ काम करते हैं। धार्मिक बंदे भी 27 सिमरतियाँ 6 शास्त्र 18 पुराणों पढ़ते तो हैं, ਤੇ ਪਰ ਜਿਹੜੀ ਮਤ ਹੈ ਉਹ ਪੈਸੇ ਦੁਆਲੇ ਘੁੰਮਦੀ ਪਈ ਹੈ। ਵਾਦ ਵਖਾਣ ਹੈ ਤਤ ਨਾ ਜਾਣਾ। ਧਾਰਮਿਕ ਬੰਦੇ ਝਗੜਿਆਂ ਦਾ ਹੀ ਕਥਨ ਕਰਦੇ ਨੇ, ਮੇਰੀ ਆਹ ਪਾਰਟੀ ਤੇਰੀ ਉਹ ਪਾਰਟੀ, ਸਾਰ ਵਸਤੂ ਨੂੰ ਜਾਣਦੇ ਨਹੀਂ ਹਨ। ਵੈਣ ਗੁਰ ਪੂਰੇ ਤਤ ਨਾ ਪਾਈਐ। ਪੂਰਨ ਗੁਰੂ ਸਾਹਿਬ ਜੀ ਦੀ ਸ਼ਰਨ ਤੋਂ ਬਿਨਾਂ, ਸ਼ਰਨ ਦਾ ਮਤਲਬ ਹੈ ਇਹ ਨਹੀਂ ਵੀ ਅੰਮ੍ਰਿਤ ਛਕ ਲਿਆ ਤੇ ਮੱਥਾ ਟੇਕ ਲਿਆ। ਸ਼ਰਨ ਦਾ ਮਤਲਬ ਹੈ ਵੀ ਬਹਿ ਕੇ ਕੁਝ ਸੁਣੋ ਵੀ, ਕੁਛ ਧਾਰਨ ਵੀ ਕਰੋ। ਧਾਰਮਿਕ ਜਗ੍ਹਾ ਜਿਹੜੀਆਂ ਪੁਰਾਤਨ ਨੇ ਯਾਦਗਾਰਾਂ, ਬਿਲਕੁਲ ਛੋਟੀਆਂ ਛੋਟੀਆਂ, ਆ ਸਾਡੇ ਹੇਠਾਂ ਵੇਖ ਲਓ, ਅਸਲੀ ਯਾਦਗਾਰ ਨਿੱਕੀ ਜੀ ਹੈ, ਮਸਾਂ ਹੀ ਬੰਦਾ ਮੱਥਾ ਟੇਕ ਕੇ ਨਿਕਲ ਸਕਦਾ, ਬਹਿਣ ਨਹੀਂ ਦਿੰਦਾ ਕੋਈ ਵੀ, ਕਿਉਂਕਿ ਬਹਿਣ ਦੀ ਯੋਗਤਾ ਹੀ ਨਹੀਂ ਹੈ। ਇੱਕ ਕਮਲਾ ਰਮਲਾ ਜਿਹਾ ਪਰਸੋਂ ਚੌਥ ਉਹ ਮੂਰਖ ਜਿਹਾ ਆ ਗਿਆ, ਜਿਹੜਾ ਮਰਜ਼ੀ ਮੂੰਹ ਚੁੱਕਦਾ ਚੌਰ ਕਰਨ ਲੱਗ ਪੈਂਦਾ, ਕੱਪੜੇ ਵੀ ਉਸੇ ਤਰ੍ਹਾਂ ਦੇ, ਉਹਨੂੰ ਫੜ ਫੜ ਕੇ ਮਸਾਂ ਹੀ ਬਾਹਰ ਕੱਢਿਆ। ਦਿਮਾਗ ਫਿਰੇ ਬੰਦੇ। ਸੱਚਖੰਡ ਹਰਿਮੰਦਰ ਸਾਹਿਬ ਵੇਖੋ, 4 ਕੋਧਰ ਬਹਿੰਦੇ 4 ਕੋਧਰ ਬਹਿੰਦੇ, ਤੇ ਲੰਗਰ ਛਕਣ ਲਈ ਮੇਰੇ ਵਰਗੇ। ਇਸੇ ਵਾਸਤੇ ਗੁਰੂ ਰਾਮਦਾਸ ਦਾ ਲੰਗਰ 5-5 ਮੰਜ਼ਿਲਾਂ ਹੈ। ਲੰਗਰ ਦੀ ਪ੍ਰੋਵੀਜ਼ਨ ਖੁੱਲੀ ਹੁੰਦੀ ਹੈ, ਪਰ ਜਿੱਥੇ ਨਾਮ ਦੀ ਗੱਲ ਹੋਣੀ ਹੈ ਉਹਦੀ ਛੋਟੀ ਜਿਹੀ ਜਗ੍ਹਾ ਹੈ, ਕਿਉਂਕਿ ਉੱਥੇ ਗਿਣਤੀ, ਉੱਥੇ ਯੋਗਤਾ ਵਾਲੇ ਘੱਟ ਹਨ। ਮਹਾਰਾਜ ਕਹਿੰਦੇ ਨੇ ਜਿਹੜਾ ਬੈਠ ਕੇ ਗੁਰੂ ਦਾ ਉਪਦੇਸ਼ ਸੁਣਦਾ, ਧਾਰਨ ਕਰਦਾ, ਉਹੀ ਤਤ ਵਸਤੂ ਨੂੰ ਪਾਉਂਦਾ ਹੈ। ਗੁਰੂ ਮਹਾਰਾਜ ਦੀ ਸ਼ਰਨ ਤੋਂ ਬਿਨਾਂ ਸਾਰ ਵਸਤੂ ਤਤ ਸਰੂਪ ਨੂੰ ਨਹੀਂ ਪਾਇਆ ਜਾਂਦਾ ਹੈ। ਸੱਚ ਸੁਚੇ ਸਚ ਰਾਹੇ। ਜੋ ਸੱਚੇ ਨਾਮ ਕਰਕੇ ਅੰਦਰੋਂ ਪਵਿੱਤਰ ਹੋਏ ਨੇ, ਉਹ ਭਗਤੀ ਸਹਿਤ ਗਿਆਨ ਦੇ ਸੱਚੇ ਰਸਤੇ ਉੱਪਰ ਚੱਲਦੇ ਹਨ। ਸਭ ਸਾਲਾਹੇ ਸੁਣ ਸੁਣ ਆਖਾਂ। ਮੂੰਹ ਤਾਂ ਸਾਰੇ ਪ੍ਰਭੂ ਨੂੰ ਸਲਾਉਂਦੇ ਨੇ, ਅਤੇ ਇੱਕ ਦੂਜੇ ਕੋਲੋਂ ਸੁਣ ਸੁਣ ਕੇ ਸਿਫਤਾਂ ਵੀ ਕਥਨ ਕਰਦੇ ਹਨ। ਆਪੇ ਦਾਨਾ ਸੱਚ ਪਰਖਾਂ। ਪਰ ਅੰਤਰਜਾਮੀ ਪਰਮਾਤਮਾ ਆਪ ਸਭ ਦੇ ਅੰਦਰ ਦੀ ਜਾਣਨ ਵਾਲਾ ਗਿਆਤਾ ਹੈ, ਜੋ ਸੱਚ ਨੂੰ ਪਰਖਦਾ ਹੈ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜ ਮਾਲਿਆ। ਇੱਥੇ ਝੂਠ ਦਾ ਬੋਲ ਵਾਲਾ ਹੈ, ਕੂੜ ਫਿਰੈ ਪ੍ਰਧਾਨ ਵੇ ਲਾ ਲੋ, ਝੂਠ ਹੀ ਪ੍ਰਧਾਨ ਹੈ। ਪਰ ਉਹ ਵਾਹਿਗੁਰੂ ਗੁਰੂ ਦਰਬਾਰ ਵਿੱਚ ਸੱਚ ਚੱਲਦਾ ਹੈ। ਵਾਹਿਗੁਰੂ ਨੇ ਸੱਚ ਨੂੰ ਪਰਖਣਾ ਹੈ। ਜਿਨ ਕੋ ਨਦਰ ਕਰੇ ਪ੍ਰਭ ਆਪਣੀ। ਆਹ ਗੱਲ ਤਾਂ ਕਿਰਪਾ ਦ੍ਰਿਸ਼ਟੀ ਦੀ ਹੈ। ਭਾਵੇਂ ਵਿਦਵਾਨ, ਭਾਵੇਂ ਅਨਪੜ੍ਹ, ਭਾਵੇਂ ਅਮੀਰ ਤੇ ਭਾਵੇਂ ਗਰੀਬ, ਮਸਲਾ ਇਹ ਨਹੀਂ ਹੈ, ਮਸਲਾ ਗੁਰੂ ਕਿਰਪਾ ਦਾ ਹੈ। ਕਿਸੇ ਤੇ ਵੀ ਹੋ ਸਕਦੀ ਹੈ। ਜਿਨ੍ਹਾਂ ਤੇ ਪਰਮੇਸ਼ਰ ਨੇ ਆਪ ਕਿਰਪਾ ਦ੍ਰਿਸ਼ਟੀ ਕੀਤੀ ਜਾਂ ਕਰਦਾ ਹੈ, ਉਹ ਚੰਗੇ ਬਣ ਜਾਂਦੇ ਨੇ, ਦੂਜੇ ਮਾੜੇ ਨੇ। ਗੁਰਮੁਖਾ ਸ਼ਬਦ ਸਲਾਹੇ। ਕਿਰਪਾ ਦ੍ਰਿਸ਼ਟੀ ਵਾਲੇ ਗੁਰਮੁਖ ਜਨ ਗੁਰਾਂ ਦੀ ਸ਼ਰਨ ਵਿੱਚ ਪੈ ਕੇ ਗੁਰਾਂ ਦੇ ਉਪਦੇਸ਼ ਵਾਹਿਗੁਰੂ ਨਾਮ ਨੂੰ ਸਲਾਉਂਦੇ ਹਨ। ਸੁਣ ਸੁਣ ਆਖਾਂ ਕੀਤੀ ਬਾਣੀ। ਹੋਰ ਕਿਤਨੀ ਹੀ ਸ੍ਰਿਸ਼ਟੀ ਲੋਕਾਂ ਕੋਲੋਂ ਸੁਣ ਸੁਣ ਕੇ ਸਿਫਤ ਸਲਾਹ ਦੀ ਬਾਣੀ ਆਖ ਰਹੀ ਹੈ। ਸੁਣ ਕਹੀਐ ਕੋਈ ਅੰਤ ਨ ਜਾਣੀ। ਫਿਰ ਸਰਵਣ ਕਰਕੇ ਜਸ ਕਥਨ ਕਰਨ ਨਾਲ ਵੀ ਕੋਈ ਉਸ ਪਰਮਾਤਮਾ ਦਾ ਅੰਤ ਨਹੀਂ ਜਾਣ ਸਕਦਾ। ਉਹ ਕੜੇ ਦੀ ਤਰ੍ਹਾਂ ਹੈ, ਜਿਵੇਂ ਕੜਾ ਗੋਲ ਹੈ, ਇਉਂ ਦਾ ਕੋਈ ਆਦ ਅੰਤ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਤਾਈਓ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਹਾ ਜਾਂਦਾ, ਮਤਲਬ ਮੁੱਢ ਰੋਗ, ਅੰਤ ਨਹੀਂ ਹੈ। ਰਾਗਮਾਲਾ ਪੜ੍ਹ ਕੇ ਫਿਰ ਜਪਜੀ ਸਾਹਿਬ ਦੀਆਂ 5 ਪੌੜੀਆਂ ਜਾਂ ਪੂਰਾ ਜਪਜੀ ਸਾਹਿਬ ਪੜ੍ਹ ਕੇ ਫਿਰ ਅਖੰਡ ਪਾਠ ਜਾਂ ਸਹਿਜ ਪਾਠ ਦੀ ਅਰਦਾਸ ਕਰੀਦੀ ਹੈ। ਮਤਲਬ ਕਦੀ ਵੀ ਸਮਾਪਤੀ ਨਹੀਂ ਹੁੰਦੀ। ਇੱਥੇ ਮੈਥ ਦੇ ਵਿੱਚ ਜਦ ਅਸੀਂ ਕੁਝ ਲਿਖਦੇ ਹੁੰਦੇ, ਉਹ ਟੀਚਰ ਨੇ ਸਮਝਾਉਣਾ
ਵੀ ਜਦ ਦਿਮਾਗ ਖਤਮ ਹੋ ਜਾਏ, ਪਤਾ ਵੀ ਆਨਸਰ ਅੱਗੇ ਨਹੀਂ ਆਉੜ ਰਿਹਾ, ਉੱਥੇ ਲਿਖ ਦਿਓ ਐਂਡ ਸੋ ਆਉਣ। ਜਿੰਨਾ ਕੁ ਆਉਂਦਾ ਉਹਨਾਂ ਲਿਖ ਦਿਓ, ਅੱਗੇ ਲਿਖ ਦਿਓ ਐਂਡ ਸੋ ਆਉਣ। ਪੰਜਾਬੀ ਅਖਬਾਰ 'ਚ ਲਿਖਿਆ ਹੁੰਦਾ ਚੱਲਦਾ। ਵਾਰਾਂ ਮਕਾਉਣ ਵਾਲੇ ਕਹਿੰਦੇ ਵਾਰਾਂ ਤੁਰੀਆਂ ਜਾਣ, ਮਤਲਬ ਇਹਦਾ ਕੋਈ ਅੰਤ ਨਹੀਂ ਹੈ। ਇਹ ਐਂਡ ਸੋ ਆਉਣ ਚੱਲੀ ਜਾ ਰਿਹਾ ਹੈ। ਪ੍ਰਭੂ ਪਰਮਾਤਮਾ ਅੰਤ ਨ ਅੰਤਾ ਸਦਾ ਬੇਅੰਤ, ਕਹੋ ਨਾਨਕ ਊਚੋ ਊਚਾ। ਜਿਸ ਪਾਸਿਓਂ ਮਰਜ਼ੀ ਵੇਖ ਲਓ, ਉਹ ਵਾਹਿਗੁਰੂ ਇੱਕੋ ਜਿਹਾ ਹੈ। ਜਾਂ ਕਉ ਲੱਖ ਲਖਾਏ ਆਪੇ, ਜਿਸ ਨੂੰ ਪਰਮਾਤਮਾ ਆਪ ਆਪਣਾ ਲਖਣ ਤੋਂ ਰਹਿਤ ਸਰੂਪ ਲਿਖਾ ਜਨਾ ਦਿੰਦਾ ਹੈ। ਅਗਤ ਕਥਾ ਬੁੱਧ ਤਾਹ ਹੈ, ਉਸ ਦੀ ਬੁੱਧੀ ਵਿੱਚ ਕਥਨ ਤੋਂ ਰਹਿਤ ਪ੍ਰਭੂ ਦੀ ਸਰੂਪ ਤਟਸਥੀ ਲਕਸ਼ਣਾਂ ਵਾਲੀ ਕਥਾ ਆ ਕੇ ਪ੍ਰਾਪਤ ਹੁੰਦੀ ਹੈ। ਜਨਮ ਕਉ ਅੱਜ ਹੈ ਵਾਦਾਏ, ਸੰਸਾਰੀ ਲੋਕ ਜੰਮਦੇ ਨੇ ਤਾਂ ਵਾਜੇ ਵਜਾਉਂਦੇ ਥੱਕਦੇ ਨਹੀਂ, ਵਧਾਈਆਂ ਦਿੰਦੇ ਹੋਏ ਥੱਕਦੇ ਨਹੀਂ, ਨੱਚਣ ਗਾਉਣ ਹੱਸਣ ਖੇਡਣ ਵਿੱਚ ਸਮਾਂ ਅਤੇ ਪੈਸਾ ਬਰਬਾਦ ਕਰਦੇ ਹਨ। ਸੋਹ ਲੜੇ ਅਗਿਆਨੀ ਗਾਏ, ਗਿਆਨ ਤੋਂ ਹੀਣੇ ਜੀਵ ਖੁਸ਼ੀ ਦੇ ਗੀਤ ਗਾਉਂਦੇ ਨੇ ਜਾਂ ਵਿਆਹ ਵੇਲੇ ਖੁਸ਼ੀ ਦੇ ਗੀਤ ਗਾਉਂਦੇ ਹਨ, ਪਰ ਜਦੋਂ ਕੋਈ ਮਰ ਜਾਵੇ ਉਦੋਂ ਚੁੱਪ ਕਰਾਇਆ ਵੀ ਚੁੱਪ ਨਹੀਂ ਕਰਨਾ ਹੈ। ਜੋ ਜਨਮੈ ਤਿਸ ਸਰ ਪਰ ਮਰਣਾ, ਦੁਨੀਆ ਦਾ ਅਸੂਲ ਹੈ ਹਰਖੰ ਦਾ ਸੋਗੰ ਭੋਗੰ ਦਾ ਰੋਗੰ। ਜਿੱਥੇ ਖੁਸ਼ੀ ਹੈ ਨਾਚ ਗਾਣਾ, ਉਥੇ ਰੋਣਾ ਧੋਣਾ ਵੀ ਹੈ, ਅਤੇ ਜਿੱਥੇ ਭੋਗ ਭੋਗਣੇ ਨੇ ਉੱਥੇ ਰੋਗ ਵੀ ਉਤਪੰਨ ਹੋਣੇ ਨੇ। ਜੋ ਵੀ ਸੰਸਾਰ ਵਿੱਚ ਜਨਮਦਾ ਹੈ ਉਹਨੇ ਸਰ ਪਰ ਜ਼ਰੂਰ ਪਰ ਜ਼ਰੂਰ ਮਰ ਜਾਣਾ ਹੁੰਦਾ ਹੈ। ਕਿਰਤ ਪਿਆ ਸਿਰ ਸਾਹੇ, ਕਿਉਂਕਿ ਇਸ ਜੀਵ ਦੇ ਸਿਰ ਉੱਪਰ ਪਾਤਸ਼ਾਹ ਪਰਮੇਸ਼ਰ ਦਾ ਕਰਮ ਲਿਖ ਪਿਆ ਹੋਇਆ ਜਾਂ ਮੌਤ ਦਾ ਦਿਨ ਲਿਖਿਆ ਪਿਆ ਹੋਇਆ ਹੈ। ਸੰਜੋਗ ਵਿਜੋਗ ਮੇਰਾ ਪ੍ਰਭ ਕੀਏ, ਸਰੀਰਾਂ ਦਾ ਮਿਲਾਪ ਅਤੇ ਵਿਛੋੜਾ ਜਾਂ ਗੁਰਾਂ ਦੁਆਰਾ ਆਪਣੀ ਪ੍ਰਾਪਤੀ ਦਾ ਸੰਯੋਗ ਅਤੇ ਕੁਸੰਗਤ ਦੁਆਰਾ ਵਿਛੋੜਾ ਮੇਰੇ ਪਰਮੇਸ਼ਰ ਨੇ ਹੀ ਬਣਾਉਣਾ ਕੀਤਾ ਹੈ। ਸ੍ਰਿਸ਼ਟੀ ਉਪਾਏ ਦੁੱਖਾਂ ਸੁਖ ਦੀਏ, ਸਭ ਦੁਨੀਆ ਨੂੰ ਪੈਦਾ ਕਰਕੇ ਪੁੰਨਾਂ ਵਾਲਿਆਂ ਨੂੰ ਸੁਖ ਤੇ ਪਾਪ ਕਰਮ ਕਰਨ ਵਾਲਿਆਂ ਨੂੰ ਦੁੱਖ ਦੇਣਾ ਕੀਤੇ ਹਨ। ਦੁੱਖ ਸੁਖ ਹੀ ਤੇ ਭਏ ਨਿਰਾਲੇ, ਪਰ ਜਿਨ੍ਹਾਂ ਗੁਰਮੁਖ ਜਨਾਂ ਨੇ ਗੁਰਾਂ ਦੁਆਰਾ ਗੁਰਮੁਖ ਸੀਲ ਸਨਾਹਾ ਹੈ, ਗੁਰਮੁਖ ਬਣ ਕੇ ਨਿਮਰਤਾ ਵਾਲਾ ਸੁਭਾਅ ਧਾਰਨ ਰੂਪ ਸੰਜੋ ਪਹਿਨੀ ਹੋਈ ਹੈ, ਉਹ ਗੁਰਮੁਖ ਜਨ ਦੁੱਖ ਅਤੇ ਸੁੱਖ ਤੋਂ ਹੀ ਨਿਸ਼ਚੈ ਕਰਕੇ ਅਸੰਗ ਹੋਏ ਹਨ। ਨੀਕੇ ਸਾਚੇ ਕੇ ਵਾਪਾਰੀ, ਸੱਚੇ ਪਰਮੇਸ਼ਰ ਦੇ ਨਾਮ ਦੇ ਜਪਣ ਜਪਾਉਣ ਰੂਪ ਵਪਾਰੀ ਵਣਜ ਕਰਨ ਵਾਲੇ ਗੁਰਮੁਖ ਜਨ ਬਹੁਤ ਚੰਗੇ ਜੀਵਨ ਵਾਲੇ ਹੁੰਦੇ ਨੇ। ਸੱਚ ਸੌਦਾ ਲੈ ਗੁਰ ਵਿਚਾਰੀ, ਉਹ ਗੁਰਾਂ ਦੇ ਸੱਚੇ ਸ਼ਬਦ ਦੀ ਵਿਚਾਰ ਦੁਆਰਾ ਸੱਚੇ ਨਾਮ ਰੂਪ ਸੌਦੇ ਨੂੰ ਲੈ ਲੈਂਦੇ ਨੇ। ਨਿੱਕੇ ਸਾਚੇ ਕੇ ਵਪਾਰੀ, ਸੱਚੇ ਦੇ ਵਪਾਰੀ ਚੰਗੇ ਜੀਵਨ ਵਾਲੇ ਇਸੇ ਲਈ ਹਨ। ਸੱਚਾ ਵਖਰ ਜਿਸ ਧਨ ਪੱਲਾ, ਆ ਜਿਹੜੀਆਂ ਗਾਜਰ ਮੂਲੀਆਂ ਨੇ ਜਾਂ ਹੋਰ ਸੌਦਾ ਪਤਾ ਹੈ, ਇਹ ਲਾਭਦਾਇਕ ਨਹੀਂ ਹੈ। ਥੋੜਾ ਕੁ ਚਿਰ ਪੈ ਜਾਏ ਚੀਜ਼ਾਂ ਮੁਰਝਾ ਜਾਂਦੀਆਂ, ਆ ਬਰਸਾਤਾਂ 'ਚ ਕੀੜੇ ਪੈ ਜਾਂਦੇ ਨੇ, ਮਤਲਬ ਪੂਰਾ ਮੁੱਲ ਨਹੀਂ ਵੱਟਿਆ ਜਾਂਦਾ। ਜਿਹੜਾ ਸੋਨਾ ਹੈ ਸੋਨਾ, ਇਹ ਦੁਨੀਆ ਦੀ ਘਟਦਾ ਨਹੀਂ ਹੈ, ਪਰ ਇਹ ਵੀ ਲਾਭਦਾਇਕ ਸੌਦਾ ਬਹੁਤਾ ਵੱਡਾ ਨਹੀਂ ਹੈ। ਤੋ ਇਸ ਲਈ ਵੱਖਰ ਦਾ ਮਤਲਬ ਹੁੰਦਾ ਲਾਭਦਾਇਕ ਸੌਦਾ। ਜਿਹੜੀਆਂ ਮੱਝਾਂ ਗਾਵਾਂ ਨੇ ਇਹ ਵੀ ਅੱਧਾ ਧਨ ਮੰਨਿਆ ਹੋਇਆ ਹੈ, ਪਰ ਜਿਹੜਾ ਨਾਮ ਹੈ ਇਹ ਪੂਰਾ ਧਨ ਹੈ।
ਇਹਦੇ 'ਚ ਕਦੀ ਘਾਟਾ ਨਹੀਂ ਪੈਂਦਾ। ਕਹਿੰਦੇ ਨੇ ਤੋਟ ਨਾ ਆਵੇ ਵੱਧ ਹੋ ਜਾਈ, ਇਹ ਲਾਭਦਾਇਕ ਸੌਦਾ ਹੈ। ਜਿਸ ਪੁਰਸ਼ ਦੇ ਹਿਰਦੇ ਰੂ ਪੱਲੇ ਵਿੱਚ ਇਹ ਸੱਚੇ ਨਾਮ ਦਾ ਵੱਖਰ ਹੈ, ਸੋਹਣਾ ਲਾਭਦਾਇਕ ਸੌਦਾ ਹੈ। ਜਿਵੇਂ ਸਾਡੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਦੇ ਪਿਤਾ ਦੇ ਕੋਲੋਂ ਤਾੜਨਾ ਤਾਂ ਸਹਾਰ ਲਈ, ਪਰ ਉਹ ਸਾਡੀ ਪੱਕੀ ਐਫਡੀ ਕਰਾ ਕੇ ਰੱਬ ਦੇ ਘਰ ਪਿਤਾ ਜੀ ਵੱਲੋਂ 20 ਰੁਪਏ ਪ੍ਰਾਪਤ ਹੋਏ। ਆਖਿਆ ਕਿ ਭਾਈ ਬਾਲਿਆ, ਪਹਿਲੀ ਵਾਰ ਆਪਾਂ ਨੂੰ ਰੁਪਈਏ ਮਿਲੇ ਨੇ ਤੇ ਆਪਾਂ ਪਿਤਾ ਜੀ ਦਾ ਹੁਕਮ ਹੈ ਵੀ ਸੌਦਾ ਖਰਾ ਕਰਨਾ, ਸੱਚਾ ਕਰਨਾ, ਜਿਹਦੇ ਵਿੱਚ ਲਾਭ ਹੋਵੇ। ਸੋ ਸੰਤਾਂ ਨੂੰ ਭੋਜਨ ਇਹੋ ਜਿਹਾ ਛਕਾਇਆ, ਉਹ ਅੱਜ ਤੱਕ ਇੰਨਾ ਵਰਤ ਰਿਹਾ ਹੈ ਕਿ ਉਹ ਅੱਜ ਤੱਕ ਸਮਾਪਤ ਨਹੀਂ ਹੋਇਆ। ਉਹ ਗੁਰੂ ਨਾਨਕ ਸਾਹਿਬ ਨੇ 20 ਰੁਪਈਆਂ ਦਾ ਪ੍ਰਾਰੰਭ ਕੀਤਾ ਸੀਗਾ। ਇਸ ਲਈ ਮਹਾਰਾਜ ਕਹਿੰਦੇ ਨੇ, ਖਾਵੈ ਹੈ ਖਰਚਾ ਹੈ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਤੋਂ ਜਾਈ। ਬੈਂਕਾਂ ਵੀ ਅੱਜ ਕੱਲ੍ਹ ਬਹੁਤਾ ਜ਼ਿਆਦਾ ਵਿਆਜ ਨਹੀਂ ਦਿੰਦੀਆਂ। ਆ ਮੈਂ ਕਈ ਵਾਰ ਫਸਿਆ ਸ਼ੇਅਰ ਮਾਰਕੀਟ 'ਚ। ਉਹ ਜਾਈਦਾ ਬੈਂਕ 'ਚ, ਨਿੱਕੇ ਨਿੱਕੇ ਨੋਟ ਹੁੰਦੇ, ਇਹਨਾਂ ਵੱਲ ਵੇਖ ਕੇ ਲੋਕ ਸਮਝਦੇ ਪਤਾ ਨਹੀਂ ਕਿੰਨਾ ਕੁ ਕੁਛ, ਉਹ ਬੰਦੇ ਆਪਦੇ ਮਗਰ ਲਾ ਦਿੰਦੇ ਘਰ ਤੱਕ। ਤੇ ਆ ਪਿੱਛੇ ਇੰਨਾ ਕੰਮ ਡਾਊਨ ਹੋਇਆ, ਕਈਆਂ ਦਾ ਤਾਂ ਤਰਾ ਹੀ ਹੌਕਾ ਹੀ ਨਿਕਲ ਗਿਆ। ਜੇ ਨਾ ਸੋਚੋ ਤਾਂ ਫਿਰ ਚੜ੍ਹਦੀ ਕਲਾ। ਪਰ ਆਓ ਜਿਹੜਾ ਖਜ਼ਾਨਾ, ਉਹ ਜਿਹੜੀ ਬੈਂਕ ਹੈ, 1 ਰੁਪਈਆ ਪਾਉਂਗੇ ਥੱਲੇ ਉਤਰਦੇ ਭਾਵੇਂ 10 ਰੁਪਈਏ ਲੈ ਲਓ, ਬਾਅਦ ਦੇ ਵਿੱਚ ਤਾਂ 100 ਪੱਕਾ ਹੀ ਹੈ। ਮਤਲਬ ਕਹਿਣ ਦਾ ਨਹੀਂ ਪਾਇਆ ਤੇ ਪਾ ਕੇ ਵੇਖ ਲਓ। ਜੇ ਇਹਦੇ ਤੋਂ ਹੋਰ ਬਹੁਤ ਜ਼ਿਆਦਾ ਐਫਡੀ ਕਰਾਉਣੀ ਹੈ, ਦੇ ਥੱਲੇ ਸ਼ੀਸ਼ਿਆਂ ਵਾਲੀ ਗੋਲਕ ਲੱਗੀ ਹੋਈ ਹੈ। ਆਪਾਂ 10, 20 ਦਾ 100 ਦਾ ਸੋਨਾ ਜਾਂ ਕੋਈ ਪੱਥਰ ਦੀ ਸਿਲ ਨਹੀਂ ਇੱਥੇ ਲਾ ਸਕਦੇ। ਪਰ ਜੇ ਤੁਹਾਡਾ ਉਹਦੇ 'ਚ ਰੁਪਈਆ ਵੀ ਪੈ ਗਿਆ ਤਾਂ ਬਿਲਡਿੰਗ ਫੰਡ ਦੇ ਵਿੱਚ ਤੁਹਾਡਾ ਹਿੱਸਾ ਪੈ ਗਿਆ, ਉਹ ਪੱਕਾ ਤੁਹਾਡੇ ਨਾਮ ਦਾ। ਰੱਬ ਨੂੰ ਤਾਂ ਪਤਾ ਹੀ ਹੈ, ਸਾਰਿਆਂ ਦੇ ਨਾਂ ਤਾਂ ਹੁਣ ਲਿਖੇ ਨਹੀਂ ਜਾਂਦੇ। ਮਹਾਰਾਜ ਕਹਿੰਦੇ ਨਾ, ਆਪਾਂ ਜਾਣੀ ਜਾਣ, ਉਹ ਪੱਕਾ ਹੀ ਇੱਥੇ ਨਾਮ ਲਿਖਿਆ ਗਿਆ। ਉਹ ਇਸ ਵਾਸਤੇ ਇਹ ਮਹਾਰਾਜ ਕਿਸੇ ਦੀ ਕਮਾਈ ਰੱਖਦਾ ਨਹੀਂ ਹੈ। ਗੁਰੂ ਸਾਹਿਬ ਨੂੰ ਕਿਹੜਾ ਘਾਟਾ ਵੀ ਉਹ ਸਾਡੇ ਕੋਲੋਂ ਪੈਸੇ ਲੈ ਲੈ ਰੱਖੀ ਜਾਊਗਾ। ਮਾਂ ਪਿਓ ਦੀ ਤਲੀ ਤੇ ਜੇ ਬੱਚਾ ਰੁਪਈਆ ਰੱਖਦਾ ਹੈ ਤੇ ਮਾਂ ਪਿਓ ਖੁਸ਼ ਹੋ ਕੇ ਉਹਦਾ ਦਿੱਤਾ ਸਾਂਭ ਲੈਂਦੇ ਨੇ ਵੀ ਪੁੱਤ ਕੋਈ ਨਹੀਂ, ਜੋ ਤੈਨੂੰ ਲੋੜ ਪਊਗੀ ਇਹੀ ਤੈਨੂੰ ਦਿਆਂਗੇ, ਤੇ ਲੋੜ ਮੁਤਾਬਕ ਦਿੰਦੇ ਵੀ ਨੇ, ਵਾਪਸ ਕਰ ਦਿੰਦੇ ਨੇ। ਕਿ ਉਹ ਮਹਾਰਾਜ ਤਾਂ ਸ਼ਹਿਨਸ਼ਾਹ ਹੈ। ਤੋ ਮੇਰਾ ਪੱਕਾ ਯਕੀਨ ਹੈ ਵੀ ਰੱਬ ਦੇ ਕਰ ਦਿੱਤਾ ਹੋਇਆ ਕੀਤੀ ਕਮਾਈ ਫਜ਼ੂਲ ਨਹੀਂ ਜਾਂਦੀ, ਕਿਉਂਕਿ ਬਾਣੀ 'ਚ ਲਿਖਿਆ ਹੋਇਆ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਜੇ ਬਾਣੀ ਸੱਚੀ ਹੈ ਤੇ ਫਿਰ ਕਥਾ ਤੁਹਾਨੂੰ ਮੰਨਣੀ ਪਊਗੀ ਵੀ ਪਰਮਾਤਮਾ ਕਿਸੇ ਦਾ ਘਾਲਿਆ ਹੋਇਆ ਮਿਹਨਤ ਮੁਸ਼ੱਕਤ ਦੀ ਕਮਾਈ। ਜੇ ਆਪਾਂ ਮਹਾਰਾਜ ਨੂੰ ਮੱਥਾ ਟੇਕਿਆ ਤੇ ਮਰਨੇ ਵੀ ਸੁੱਟ ਦਿਊਗਾ ਜਾਂ ਭੁੱਲ ਜਾਊਗਾ, ਚੇਤਾ ਰੱਖੂਗਾ, ਤੁਹਾਡਾ ਨਾਂ ਲਿਖ ਲਊਗਾ, ਤੁਹਾਨੂੰ ਲੋੜ ਹੋਊਗੀ ਵਧਾ ਕੇ ਦੇਊਗਾ। ਇਸ ਵਾਸਤੇ ਜਦੋਂ ਮਰਜ਼ੀ ਲੈ ਲਿਓ। ਪਾਤਸ਼ਾਹ ਜੀ ਕਹਿੰਦੇ ਨੇ ਇਹ ਸੌਦਾ ਜਿਹੜਾ ਹੈ ਲਾਭਦਾਇਕ ਹੈ। ਇਹ ਜਿਹੜੇ ਸਵਾਸ ਨੇ ਇਹ ਪੈਸੇ ਤੋਂ ਵੀ ਅਮੋਲਕ ਨੇ, ਸੋਨੇ ਨੇ, ਭਲਾ ਇਹਨਾਂ ਦੀ ਬਰਾਬਰੀ ਕੀ ਕਰ ਲੈਣੀ ਹੋਈ। ਸਭ ਤੋਂ ਉੱਤਮ ਪੂੰਜੀ ਸਵਾਸ ਦੀ ਹੈ। ਜੇ ਸਵਾਸ ਗੁਰੂ ਜੀ ਦੇ ਚਰਨਾਂ ਵਿੱਚ ਰੱਖੋਗੇ, ਭੇਟਾ ਕਰਕੇ ਮੱਥਾ ਟੇਕ ਕੇ ਬੈਠ ਜਾਓਗੇ, ਉਹਨਾਂ ਸਵਾਸਾਂ ਦੇ ਨਾਲ ਮਹਾਰਾਜ ਤੁਹਾਨੂੰ ਕਥਾ ਦੇਣਗੇ, ਕੀਰਤਨ ਦੇਣਗੇ, ਵਾਹਿਗੁਰੂ ਨਾਮ ਦੇਣਗੇ। ਜੇ ਤੁਸੀਂ ਸਵਾਸਾਂ ਦੇ ਪੈਸੇ ਦੇ ਕੇ ਨਾਮ ਦਾ ਸੌਦਾ ਖਰੀਦੋਗੇ ਤਾਂ ਇਹ ਵਾਧਾ ਹੀ ਵਾਧਾ ਤੁਰਿਆ ਜਾਵੇਗਾ। ਜਿਸ ਦੇ ਹਿਰਦੇ ਰੂ ਪੱਲੇ ਦੇ ਵਿੱਚ ਨਾਮ ਰੂਪੀ ਸੌਦਾ ਹੈ। ਸਾਧ ਸੰਗਤ ਜੀਓ, ਸਾਚਾ ਸ਼ਬਦ ਸਚਾਇਓ ਮਹਾਹੇ। ਸੋ ਉਹਨੂੰ ਪੂਰੇ ਗੁਰਾਂ ਦੇ ਸੱਚੇ ਉਪਦੇਸ਼ ਕਰਕੇ ਆਤਮਕ ਉਤਸ਼ਾਹ ਪ੍ਰਾਪਤ ਹੁੰਦਾ ਹੈ। ਉਹ ਹਮੇਸ਼ਾ ਖੁਸ਼ ਰਹਿੰਦਾ ਹੈ। ਜਿਸ ਕਾ ਹਿਰਦਾ ਕਹਿੰਦੇ ਜਿਸ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ। ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀ। ਉਹ ਹਮੇਸ਼ਾ ਹੀ ਅਮੀਰ ਹੁੰਦੇ ਨੇ ਅਤੇ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ। ਕਦੀ ਨਿਹੰਗ ਤੁਸੀਂ ਰੋਂਦਾ ਨਹੀਂ ਦੇਖੋਗੇ। ਹੋਵੇ ਮਹਾਰਾਜ ਦਾ ਨਿਹੰਗ
ਤੇ ਉਹ ਤੁਹਾਨੂੰ ਜਕਾਰੇ ਛੱਡਦਾ ਹੀ ਸੁਣਾਈ ਦੇਊਗਾ, ਖੁਸ਼ ਰਹੂਗਾ, ਨੱਚਦਾ ਰਹੂਗਾ, ਗਾਉਂਦਾ ਰਹੂਗਾ, ਘੋੜਿਆਂ ਦੀਆਂ ਦੌੜਾਂ ਲਵਾਉਂਦਾ ਰਹੂਗਾ। ਜੇਬ 'ਚ ਭਾਵੇਂ ਇੱਕ ਵੀ ਰੁਪਈਆ ਨਾ ਹੋਵੇ। ਕਾਰਨ ਕੀ ਆ? ਵੀ ਮਹਾਰਾਜ ਨੇ ਖੁਸ਼ੀਆਂ ਇੰਨੀਆਂ ਬਖਸ਼ ਦਿੱਤੀਆਂ। ਗੁਰੂ ਸਾਹਿਬ ਦਾ ਬੋਲਾ ਹੁੰਦਾ ਸੀ, ਜਾਓ ਖੁਸ਼ੀਆਂ, ਮਤਲਬ ਛੁੱਟੀ ਦਾ ਮਤਲਬ ਖੁਸ਼ੀਆਂ। ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਨੇ ਇਹ ਤਨਖਾਹ ਤੋਂ ਵੀ ਮੋਟੀਆਂ ਨੇ। ਇਹਨਾਂ ਮਹਾਰਾਜ ਸੋ ਬਖਸ਼ਿਸ਼ਾਂ ਕਰਦੇ। ਜੇ ਗੁਰੂ ਦੀ ਪ੍ਰਸੰਨਤਾ ਮਿਲ ਜਾਏ ਤਾਂ ਸਮਝ ਲਓ ਬੇੜਾ ਪਾਰ ਹੋ ਗਿਆ। ਕਾਚੇ ਸੌਦੇ ਟੋਟਾਂ ਆਵੇ। ਜਿਹੜਾ ਵਾਹਿਗੁਰੂ ਦਾ ਨਾਮ ਹੈ ਇਹ ਤਾਂ ਸੋਨਾ ਚਾਂਦੀ ਹੀਰੇ ਮੋਤੀ ਹੈ। ਤੇ ਜਿਹੜੇ ਵਿਸ਼ੇ ਵਿਕਾਰ ਨੇ, ਪਦਾਰਥ ਨੇ, ਇਹ ਕੱਚੇ ਵਿਸ਼ੇ ਨੇ, ਕੱਚ ਦੀ ਤਰ੍ਹਾਂ। ਇਸ ਕੱਚੇ ਵਿਸ਼ਿਆਂ ਦੇ ਸੌਦੇ ਵਿੱਚ ਹਮੇਸ਼ਾ ਜੰਮਣ ਨੂੰ ਮਨ ਰੋਗ ਘਾਟਾ ਹੀ ਆਉਂਦਾ ਹੈ, ਕਦੀ ਇਹਦਾ ਵਾਧਾ ਨਹੀਂ ਹੁੰਦਾ ਹੈ। ਕਬੀਰ ਜੀ ਨੇ ਆਖਿਆ, ਪਾਛੈ ਭੋਗ ਜੋ ਭੋਗਵੇ ਤਿੰਨ ਕੋ ਗੁੜ ਲੈ ਖਾਏ। ਜਿਹੜੇ ਪਿੱਛੇ ਤੁਸੀਂ ਭੋਗ ਭੋਗੇ ਨੇ, ਮੈਂ ਆਹ ਕੀਤਾ ਉਹ ਕੀਤਾ, ਕਿਤੇ ਬਾਣੀਆਂ ਦੀ ਦੁਕਾਨ ਤੋਂ ਇੱਕ ਪਾਈਆ ਗੁੜ ਲੈ ਕੇ ਖਾ ਕੇ ਦਿਖਾ ਦਿਓ। ਅਗਲਾ ਕਹੂਗਾ ਭੋਗ ਤਾਂ ਤੂੰ ਭੋਗੇ ਨੇ, ਮੈਂ ਤੈਨੂੰ ਗੁੜ ਕਾਹਦਾ ਦਿਆਂ? ਪੈਸੇ ਦੇਂਗਾ ਤਾਂ ਗੁੜ ਮਿਲੂਗਾ। ਸੋ ਭੋਗੇ ਭੋਗਾਂ ਦਾ ਇੱਕ ਪਾਈਆ ਗੁੜ ਨਹੀਂ ਤੁਸੀਂ ਇੱਥੇ ਲੈ ਕੇ ਖਾ ਸਕਦੇ। ਅੱਗੇ ਭਲਾ ਉਹਦਾ ਕੀ ਮੁੱਲ ਪਊਗਾ? ਪੈਸਾ ਵੀ ਗਿਆ, ਸਰੀਰ ਵੀ ਗਿਆ, ਸਮਾਂ ਵੀ ਗਿਆ, ਸਵਾਸ ਵੀ ਗਏ, ਬੇੜਾ ਗਰਕ ਹੋ ਗਿਆ। ਤੋ ਜੇ ਗੁਰੂ ਘਰ ਆਵਾਂਗੇ, ਸੱਚੇ ਸੌਦੇ ਨੂੰ ਬਣ ਜਾਵਾਂਗੇ ਤਾਂ ਜੋ ਮਰਜ਼ੀ ਇੱਥੇ ਛਕ ਲਓ, ਜੋ ਮਰਜ਼ੀ ਉੱਪਰ ਲੈ ਲਓ। ਗੁਰਮੁਖ ਵਣਜ ਕਰੇ ਪ੍ਰਭ ਪਾਵੈ। ਜਿਹੜੇ ਮਨਮੁਖ ਨੇ ਉਹ ਕੱਚੇ ਵਿਸ਼ਿਆਂ ਦੇ ਸੌਦੇ ਵਿੱਚ ਹਮੇਸ਼ਾ ਜੰਮਣ ਮਨ ਰੂਪੀ ਘਾਟੇ ਵਿੱਚ ਆਉਂਦੇ ਨੇ। ਪਰ ਗੁਰਮੁਖ ਜਨ ਗੁਰਾਂ ਦੁਆਰਾ ਸੱਚੇ ਨਾਮ ਦਾ ਜਪਣ ਜਪਾਉਣ ਰੂਪ ਵਪਾਰ ਕਰਦੇ ਨੇ, ਜਿਸ ਕਰਕੇ ਪਰਮੇਸ਼ਰ ਨੂੰ ਚੰਗੇ ਲੱਗਦੇ ਨੇ। ਆਪ ਜਪੋ ਅਵਰੈ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ। ਪੂੰਜੇ ਸਾਬਤ ਰਾਸ ਸਲਾਮਤ। ਉਹਨਾਂ ਦੀ ਸਵਾਸਾਂ ਰੂਪ ਪੂੰਜੀ ਵੀ ਪੂਰੀ ਹੈ ਤੇ ਸ਼ਰਧਾ ਰੂਪ ਰਾਸ਼ੀ ਵੀ ਕਾਇਮ ਹੈ। ਜਿਨ੍ਹਾਂ ਦੀ ਸੱਚੀ ਨਾਮ ਰੂਪ ਪੂੰਜੀ ਸਾਬਤ ਹੈ, ਉਹ ਆਪਣੇ ਨਿਜ ਸਰੂਪ ਦੇ ਵਿੱਚ ਅਸਥਿਤ ਹੋਏ ਹਨ। ਝੂਕਾ ਜਮ ਕਾ ਫਾਹੇ। ਉਹਨਾਂ ਦੇ ਗਲੋਂ ਜਮਾਂ ਦਾ ਫਾਹਾ ਵੀ ਚੁੱਕਿਆ ਜਾਂਦਾ ਹੈ। ਸਭ ਕੋ ਬੋਲੇ ਆਪਣ ਪਾਣ। ਜੋ ਆਪ ਦੇ ਮਨ ਨੂੰ ਭਾਉਂਦਾ ਹੈ, ਸਾਰੇ ਕੋਈ ਉਸੇ ਤਰ੍ਹਾਂ ਹੀ ਬੋਲਦੇ ਹਨ। ਮਨਮੁਖ ਦੂਜਾ ਬੋਲ ਨ ਜਾਣ। ਮਨਮੁਖ ਪੁਰਖ ਦਵੈਤ ਵਿੱਚ ਲੱਗੇ ਹੋਏ ਭਾਣਾ ਮੰਨਣ ਰੂਪ ਨਾਮ ਰੂਪ ਬੋਲਾਂ ਨੂੰ ਬੋਲਣਾ ਜਾਣਦੇ ਨਹੀਂ ਹਨ। ਅੰਧਲੇ ਕੀਮਤ ਅੰਧਲੀ ਬੋਲੀ। ਅਗਿਆਨੀ ਜੀਵ ਦੀ ਬੁੱਧੀ ਵੈਰਾਗ ਤੇ ਵਿਵੇਕ ਰੂਪ ਨੇਤਰਾਂ ਤੋਂ ਹੀਣੀ, ਅੰਨੀ ਅਤੇ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਤੋਂ ਹੀਣੀ ਹੋਣ ਕਰਕੇ ਬੋਲੀ ਹੁੰਦੀ ਹੈ। ਭਾਵ ਨਾ ਉਹਨੂੰ ਕਿਤੇ ਪ੍ਰਭੂ ਦ੍ਰਿਸ਼ਟੀ ਵਿੱਚ ਆਉਂਦਾ, ਨਾ ਹੀ ਉਹ ਪਰਮਾਤਮਾ ਦਾ ਜਸ ਸੁਣ ਪਾਉਂਦਾ ਹੈ। ਕਹਿੰਦੇ ਸਮਝ ਨਹੀਂ ਆਉਂਦੀ, ਕੰਨ ਬੋਲੇ ਹੋਏ ਪਏ ਨੇ, ਚੰਗੇ ਭਲੇ ਸੁਣਦੇ ਸੁਣਾਉਂਦੇ। ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ, ਮਤਲਬ ਚੰਗੇ ਪਾਸੇ ਦੇਖਦਾ ਨਹੀਂ, ਚੰਗਾ ਪਾਸਾ ਸੁਣਦਾ ਨਹੀਂ। ਬੁਰੇ ਕਾਮ ਕੋ ਉਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਅਵਸਰ ਆਪਣਾ ਬੁਝੇ ਨਾ ਅਨ। ਮਾਇਆ ਧਾਰੀ ਅਤਨ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਝੋਲਾ। ਭਾਵ ਉਹ ਸ਼ਬਦ ਨੂੰ, ਚੰਗੇ ਨਾਮ ਨੂੰ ਸੁਣਦਾ ਨਹੀਂ ਹੈ। ਆਏ ਗਿਆ ਦੁਖ ਤਾਂ ਹੈ। ਇਸ ਕਰਕੇ ਜਨਮ ਧਾਰ ਕੇ ਆਉਂਦਾ ਤੇ ਮਰ ਕੇ ਪਰਲੋਕ ਨੂੰ ਚਲਿਆ ਜਾਂਦਾ। ਇਉਂ ਉਸ ਨੂੰ ਜੰਮਣ ਮਰਨ ਦਾ ਭਾਰੀ ਦੁੱਖ ਲੱਗਾ ਰਹਿੰਦਾ ਹੈ। ਸੰਸਾਰ 'ਚ ਆ ਕੇ ਖਾਲੀ ਚਲਿਆ ਗਿਆ, ਜਿਸ ਕਰਕੇ ਉੱਥੇ ਪਰਲੋਕ ਵਿੱਚ ਭਾਰੀ ਦੁੱਖ ਪ੍ਰਾਪਤ ਹੁੰਦਾ ਹੈ। ਦੁੱਖ ਮਹਿ ਜਨਮ ਦੁੱਖ ਮਹਿ ਮਰ।
ਮਰਨ। ਅਗਿਆਨੀ ਜੀਵਾਂ ਦਾ ਜਨਮ ਵੀ ਦੁੱਖ ਵਿੱਚ ਹੁੰਦਾ ਤੇ ਮਰਨਾ ਵੀ ਦੁੱਖਾਂ ਵਿੱਚ ਹੀ ਹੁੰਦਾ ਹੈ। ਦੁਖ ਨ ਮਿਟਾਏ ਬਿਨ ਗੁਰ ਕੀ ਸਰਣ। ਗੁਰੂ ਸਾਹਿਬ ਦੀ ਓਟ ਵਿੱਚ ਆਉਣ ਤੋਂ ਬਿਨਾਂ ਇਹ ਜੰਮਣ ਮਰਨ ਦਾ ਦੁੱਖ ਨਹੀਂ ਮਿਟ ਸਕਦਾ ਹੈ। ਦੁਖੀ ਉਪਜੈ ਦੁਖੀ ਬਿਨਸੈ। ਕੋਈ ਤੁਹਾਨੂੰ ਪੈਸੇ ਦੇ ਸਕਦਾ ਹੈ, ਰੋਟੀ ਦੇ ਸਕਦਾ ਹੈ, ਰਹਿਣ ਦੀ ਜਗ੍ਹਾ ਦੇ ਸਕਦਾ ਹੈ, ਪਹਿਨਣ ਨੂੰ ਕੱਪੜੇ ਦੇ ਸਕਦਾ, ਕੋਈ ਨੌਕਰੀ ਕਾਰੋਬਾਰ ਦੇ ਸਕਦਾ, ਪਰ ਜੇ ਤੁਸੀਂ ਕਿਸੇ ਨੂੰ ਕਹੋ ਕਿ ਮੇਰਾ ਦੁੱਖ ਕੱਟ ਦਿਓ, ਸਗੇ ਮਾਂ ਪਿਓ ਕਹਿਣ ਲੱਗੇ ਵੀ ਆਪਣੇ ਪੈਸੇ ਲੈ PGI ਜਾ ਕੇ ਇਲਾਜ ਕਰਾ, ਆਪਾਂ ਜਾ ਨਹੀਂ ਸਕਦੇ, ਖਰਚਾ ਲੈ ਲੈ, ਦੁੱਖ ਨਹੀਂ ਕੋਈ ਕੱਟ ਸਕਦਾ। ਜੇ ਤੁਸੀਂ ਕਿਸੇ ਨੂੰ ਕਹੋ ਕਿ ਜੰਮਣ ਮਰਨ ਦਾ ਵੱਡਾ ਦੁੱਖ, ਛੋਟੇ ਮੋਟੇ ਦੁੱਖਾਂ 'ਚ ਕੋਈ ਹੈਲਪ ਨਹੀਂ ਕਰ ਸਕਦਾ, ਜੰਮਣ ਮਰਨ ਕੌਣ ਕੱਟੂਗਾ ਦੱਸੋ। ਦੁਨੀਆ ਤੋਂ ਉੱਪਰ ਆ ਜਿਹੜੇ ਪੀਰ ਫਕੀਰ ਨੇ, ਦੇਵੀ ਦੇਵਤੇ ਨੇ, ਜੋ ਮਰਜ਼ੀ ਮੰਗ ਲਓ, ਤੁਹਾਡੇ ਕਰਮਾਂ 'ਚੋਂ ਤੁਹਾਨੂੰ ਦੇ ਦੇਣਗੇ, ਪਰ ਮੁਕਤੀ ਤਾਂ ਉਹਨਾਂ ਕੋਲ ਆਪ ਨਹੀਂ, ਉਹ ਵਿਚਾਰੇ ਆਪ ਕਬਰ 'ਚ ਪਏ ਹੋਏ ਨੇ। ਬੰਦਾ ਪੁੱਛੇ, ਜਿਹੜਾ ਬੰਦਾ ਆਪ ਕਬਰ ਦੇ ਵਿੱਚ ਹੈ, ਆਪ ਮੂਰਤੀ ਦੇ ਵਿੱਚ ਹੈ, ਛੁੱਟਿਆ ਤਾਂ ਉਹ ਆਪ ਨਹੀਂ, ਪੂਜਾ ਕਰਾਉਣ ਦੇ ਚੱਕਰ 'ਚ ਬੈਠਾ ਹੋਇਆ ਹੈ, ਦੱਸੋ ਤੁਹਾਨੂੰ ਜੰਮਣ ਮਰਨ ਤੋਂ ਕੀ ਰਹਿਤ ਕਰ ਦਊਂਗਾ। ਗੁਰੂ ਸਾਹਿਬ ਜੀ ਨੇ ਸਾਨੂੰ ਇਸ ਲਈ ਨਾਮ ਲਿਖ ਕੇ ਦਿੱਤਾ ਵੀ ਸਰੀਰ ਨਾਲ ਨਹੀਂ ਜੁੜਨਾ, ਜੋਤ ਨਾਲ ਜੁੜੋ। ਜੋਤ ਮਿਲੀ ਸੰਗ ਜੋਤ ਰਹਿਆ ਕਾਲ ਦਾ, ਸ਼ਬਦ ਪੜੋ ਸ਼ਬਦ ਮਿਲੇ ਸੇ ਵਿਛੜੈ ਨਾਹੀ। ਜੇ ਤੁਸੀਂ ਮਹਾਰਾਜ ਦਾ ਉਪਦੇਸ਼ ਮੰਨੋਗੇ, ਗੁਰੂ ਸਾਹਿਬ ਜੀ ਦੀ ਸਿੱਖਿਆ ਧਾਰਨ ਕਰੋਗੇ, ਤਾਂ ਹੀ ਸੁਖੀ ਹੋ ਸਕੋਗੇ, ਜੰਮਣ ਮਰਨ ਦਾ ਦੁੱਖ ਕੱਟਿਆ ਜਾਏਗਾ। ਦੁਖੀ ਉਪਜੈ, ਅਗਿਆਨੀ ਜੀਵ ਦੁੱਖਾਂ 'ਚ ਜੰਮਦਾ ਹੈ, ਦੁਖੀ ਬਿਨਸੈ, ਦੁੱਖਾਂ ਦੇ ਵਿੱਚ ਨਾਸ਼ ਹੋ ਜਾਂਦਾ ਹੈ। ਕਹਿੰਦੇ ਨੇ ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ। ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਪਹਿਲਾਂ ਤਾਂ ਕਹਿਣਗੇ ਹਾਂਜੀ ਕੀ ਹਾਲ ਹੈ ਜੀ, ਠੀਕ ਹੈ ਜੀ, ਠੀਕ ਹੈ। 5 ਮਿੰਟਾਂ 'ਚ ਸਭ ਕੁਝ ਹੀ ਪਤਾ ਲੱਗ ਜਾਏਗਾ, ਇਹ ਤਾਂ ਮੇਰੇ ਤੋਂ ਵੱਧ ਦੁਖੀ ਹੈ। ਕਿਆ ਲੈ ਆਇਆ ਕਿਆ ਲੈ ਜਾਹੇ। ਇਹ ਸੰਸਾਰ ਦੇ ਵਿੱਚ ਜਦੋਂ ਆਇਆ ਸੀ, ਕੀ ਲੈ ਕੇ ਆਇਆ ਸੀ ਤੇ ਲੈ ਕੇ ਕੀ ਜਾਵੇਗਾ। ਭਾਵ ਖਾਲੀ ਹੱਥੀਂ ਆਇਆ ਸੀ ਤੇ ਖਾਲੀ ਹੱਥੀਂ ਤੁਰ ਜਾਏਗਾ, ਜਾਂ ਪੁੰਨ ਲੈ ਕੇ ਆਇਆ ਸੀਗਾ, ਖਾ ਪਕਾ ਕੇ ਹੰਡਾ ਕੇ ਤੇ ਪਾਪਾਂ ਦੀ ਕਿਆਰੀ ਬੀਜ ਕੇ ਪਾਪ ਲੈ ਕੇ ਪਰਲੋਕ ਨੂੰ ਚਲਿਆ ਜਾਂਦਾ ਹੈ। ਸੱਚੀ ਕਰਨੀ ਗੁਰ ਕੀ ਸਿਰਕਾਰਾ। ਜੋ ਗੁਰੂ ਦੀ ਸਿਰ ਮੱਥੇ ਆਗਿਆ ਮੰਨਣ ਰੂਪ ਸੱਚੀ ਭਗਤੀ ਰੂਪ ਕਮਾਈ ਕਰਦੇ ਨੇ। ਆਵਣ ਜਾਣ ਨਹੀਂ ਜਮ ਤਾਰਾ। ਉਹਨਾਂ ਨੂੰ ਸੰਸਾਰ ਵੀ ਜੰਮ ਕੇ ਆਉਣਾ, ਮਰ ਕੇ ਜਾਣਾ ਨਹੀਂ ਪੈਂਦਾ, ਅਤੇ ਨਾ ਹੀ ਜਮਾਂ ਦੀ ਧਾੜ ਆ ਕੇ ਪੈਂਦੀ ਹੈ, ਜਾਂ ਉਹਨਾਂ ਨੂੰ ਬੈਤਰਨੀ ਨਦੀ ਵਿਦਿਆ ਰੂਪ ਨਦੀ ਦੀ ਧਾਰ ਵਿੱਚੋਂ ਲੰਘਣਾ ਨਹੀਂ ਪੈਂਦਾ ਹੈ। ਡਾਲ ਛੋੜ ਤਤ ਮੂਲ ਪਰਤਾ। ਇਹ ਗੁਰੂ ਗ੍ਰੰਥ ਸਾਹਿਬ ਜੀ ਸਭਨਾਂ ਦਾ ਮੁੱਢ ਨੇ, ਸਭਨਾਂ ਸੰਤਾਂ ਭਗਤਾਂ ਦੀ ਬਾਣੀ ਇਹਨਾਂ 'ਚ ਦਰਜ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਬਾਬਤ ਬਚਨ ਹੈ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਇਹ ਸਭਨਾਂ ਦਾ ਮੁੱਢ ਨੇ। ਬਾਕੀ ਜਿੰਨੇ ਦੇਵੀ ਦੇਵਤੇ ਪੀਰ ਫਕੀਰ ਇਹ ਡਾਲਾਂ ਨੇ, ਨਾਮ ਸਾਰਿਆਂ ਨੇ ਜਪਿਆ ਤਾਂ ਹੀ ਉਹਨਾਂ ਦੀ ਪੂਜਾ ਹੁੰਦੀ ਹੈ, ਪਰ ਉਹ ਟਾਹਣੀਆਂ ਦੀ ਤਰ੍ਹਾਂ ਨੇ। ਉਹ ਦੇਵੀ ਦੇਵਤਿਆਂ ਨੂੰ ਟਾਹਣੀਆਂ ਨੂੰ ਛੱਡ ਕੇ ਤੁਸੀਂ ਤਤ ਸਰੂਪ ਜਿਹੜਾ ਮੁੱਢ ਰੂਪ ਪਰਮੇਸ਼ਰ ਸ਼ਬਦ ਹੈ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਇਹਦੇ ਨਾਲ ਜੁੜਨਾ ਕਰੋ। ਮਨ ਸਾਚਾ ਓ ਮਾਹੇ। ਉਹ ਗੁਰਮੁਖ ਮੁੱਢ ਰੂਪ ਵਾਹਿਗੁਰੂ ਨੂੰ ਪਹਿਚਾਣਦੇ ਨੇ, ਉਹਨਾਂ ਦੇ ਹਿਰਦੇ ਵਿੱਚ ਪ੍ਰਭੂ ਪ੍ਰਾਪਤੀ ਦਾ ਸੱਚਾ ਉਤਸ਼ਾਹ ਬਣਿਆ ਰਹਿੰਦਾ ਹੈ। ਹਰ ਕੇ ਲੋਗ ਨਹੀਂ ਜਮ ਮਾਰੈ। ਜੋ ਹਰੀ ਪਰਮੇਸ਼ਰ ਦੇ ਲੋਕ ਭਾਗ ਭਗਤ ਜਨ ਨੇ, ਯਮਦੂਤ ਉਹਨਾਂ ਨੂੰ ਮਾਰ ਨਹੀਂ ਸਕਦਾ। ਮਾਰਨਾ ਦਾ ਕੀ, ਉਹਨਾਂ ਵੱਲ ਵੇਖ ਵੀ ਨਹੀਂ ਸਕਦਾ। ਤੁਸੀਂ ਨਿਗਾਹ ਭਰ ਕੇ ਕਿਸੇ ਵੱਲ ਵੇਖ ਲਓ, ਅਗਲਾ ਤੁਹਾਡੇ ਤੇ ਪ੍ਰੋਜੈਕਸ਼ਨ ਕਰ ਸਕਦਾ ਵੀ ਫਲਾਣਾ ਮੇਰੇ ਵੱਲ ਵੇਖਦਾ ਜੀ। ਮਤਲਬ ਵੇਖਣਾ, ਜਿਹੜੀ ਨਿਗਾਹ ਹੈ ਉਹ ਗੁੱਸੇ ਵਾਲੀ ਜਿਹੜੀ ਹੁੰਦੀ ਹੈ, ਉਹਦੇ ਨਾਲ ਵੀ ਮਹਿਸੂਸ ਹੁੰਦਾ ਵੀ ਇਹਨੇ ਕ੍ਰਾਈਮ ਕੀਤਾ, ਜਿਹੜੇ ਵੀ ਹੱਥਾਂ ਦੇ ਨਾਲ
ਆਪਾਂ ਅੱਗੇ ਰਿਪੋਰਟ ਕਰ ਸਕਦੇ ਹਾਂ ਵੀ ਉਹ ਫਲਾਣਾ ਮੇਰੇ ਵੱਲ ਗੁੱਸੇ ਨਾਲ ਵੇਖਦਾ, ਉਹ ਮੇਰਾ ਨੁਕਸਾਨ ਕਰੂਗਾ, ਮੇਰੀ ਉਹਦੇ ਤੋਂ ਰੱਖਿਆ ਕਰੋ। ਇਉਂ ਜਿਹੜਾ ਯਮਦੂਤ ਹੈ ਉਹ ਨਿਗਾਹ ਭਰ ਕੇ ਗੁੱਸੇ 'ਚ ਨਹੀਂ ਵੇਖ ਸਕਦਾ, ਮਹਾਰਾਜ ਉਹਦੇ ਤੋਂ ਬਚਾ ਲੈਂਦੇ ਨੇ। ਸ਼ਬਦ ਸੁਣੇ ਤਾਂ ਦੂਰੋਂ ਭਾਗੇ, ਮਤ ਮਾਰੇ ਹਰ ਜੀਓ ਵੇ ਪਰਵਾਹ ਹੈ, ਅਫਰਿਓ ਜਮ ਮਾਰਿਆ ਨਾ ਜਾਈ। ਇਹ ਉਸ ਤਰ੍ਹਾਂ ਫੜਿਆ ਨਹੀਂ ਜਾਂਦਾ, ਨਾ ਹੀ ਕਿਸੇ ਤੋਂ ਕਾਬੂ ਆ ਕੇ ਮਾਰਿਆ ਜਾਂਦਾ, ਪਰ ਜੇ ਸ਼ਬਦ ਸੁਣੇ ਤਾਂ ਇਹਨੂੰ ਅੱਗ ਲੱਗਦੀ ਹੈ। ਇਸ ਕਰਕੇ ਇਹ ਗੁਰਮੁਖਾਂ ਵੱਲ ਵੇਖ ਵੀ ਨਹੀਂ ਸਕਦਾ। ਨਾ ਦੁਖ ਦੇਖਾ ਹੈ ਪੰਥ ਕਰਾਰਾ, ਉਹ ਜਮਾਂ ਦੇ ਕਰੜੇ ਦੁਖਦਾਈ ਰਸਤੇ ਦੇ ਦੁੱਖ ਨਹੀਂ ਵੇਖਦੇ ਹਨ, ਛੁੱਟ ਜਾਂਦੇ ਨੇ। ਰਾਮ ਨਾਮ ਕਟ ਅੰਤਰ ਪੂਜਾ, ਉਹ ਆਪਣੇ ਹਿਰਦੇ ਅੰਦਰ ਰਮੇ ਪਰਮੇਸ਼ਰ ਦੇ ਨਾਮ ਦੀ ਪੂਜਾ ਕਰਦੇ ਨੇ। ਸੋ ਪੂਜਾ ਕੀਚੈ ਨਾਮ ਤੇ ਆਈ ਹੈ, ਵਿਰਨ ਨਾਮੈ ਪੂਜ ਨਾ ਹੋਏ। ਜਪਜੀ ਸਾਹਿਬ ਦਾ ਪਾਠ ਕਰਨਾ ਹੀ, ਧੂਪ ਦਿਖਾਉਣੀ ਹੈ। ਗਗਨ ਮੈਂ ਥਾਲ ਰਵਚਨ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਾਨ ਲੋ ਪਵਨ ਜਬਰੋ ਕਰੇ, ਸਗਲ ਬਣਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਾਂ ਤੇਰੀ ਆਰਤੀ, ਅਨਹਤ ਸ਼ਬਦ ਵਾਜੰਦ ਭੇਰੀ ਰਹਾ। ਇਹ ਸ਼ਬਦ ਪੜ੍ਹਨਾ, ਆਰਤੀ ਕਰਨੀ ਹੋਈ ਵਾਹਿਗੁਰੂ ਦੇ ਦੀਵੇ ਜਗਾ ਕੇ ਆਰਤੀ ਕਰਨ ਦੇ ਬਰਾਬਰ ਹੈ। ਰਾਮ ਨਾਮ ਕਟ ਅੰਤਰ ਪੂਜਾ, ਉਹ ਆਪਣੇ ਹਿਰਦੇ ਵਿੱਚ ਹੀ ਰਮੇ ਪਰਮੇਸ਼ਰ ਦੇ ਨਾਮ ਦੀ ਪੂਜਾ ਕਰਦੇ ਹਨ। ਅਵਰ ਨ ਦੂਜਾ ਗਾਹੇ, ਪਰ ਉਹਨਾਂ ਨੂੰ ਦੂਜਾ ਹੋਰ ਕੋਈ ਝਗੜਾ ਵੀ ਨਹੀਂ ਰਹਿੰਦਾ, ਕਜ਼ੀਆ ਵੀ ਨਹੀਂ ਰਹਿੰਦਾ। ਜਦ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਮਾਤਾ ਪਿਤਾ ਦੀ ਬੇਨਤੀ ਕਰਨ ਤੋਂ ਹੁਕਮ ਕਰਕੇ ਆਖਿਆ, ਜਾ ਪੁਰਖਾ ਤੇਰੇ ਮਾਂ ਪਿਓ ਆਏ ਨੇ, ਲਾਹੌਰ ਜਾ ਕੇ ਇਹਨਾਂ ਨੂੰ ਮਿਲਿਆ। ਤੇ ਗੁਰੂ ਸਾਹਿਬ ਜੀ ਹੁਕਮ ਮੰਨ ਕੇ ਜਦ ਗਏ ਤਾਂ ਕੱਪੜੇ ਦੀ ਦੁਕਾਨ ਵੇਖੀ, ਬੜੇ ਬੜੇ ਸੋਹਣੇ ਕੱਪੜੇ, ਪਰ ਪੈਸਾ ਕੋਲ ਕੋਈ ਨਹੀਂ। ਖੜੇ ਖੜੋ ਤੇ ਸੋਚਣ ਲੱਗ ਪਏ ਕਿੰਨੇ ਸੋਹਣੇ ਕੱਪੜੇ, ਆਹ ਕੱਪੜੇ ਦਾ ਚੋਲਾ ਗੁਰੂ ਅਮਰਦਾਸ ਜੀ ਨੂੰ ਬੜਾ ਚੰਗਾ ਲੱਗੇਗਾ। ਧਿਆਨ ਜੀ ਕੱਪੜਾ ਲੈ ਲਿਆ, ਧਿਆਨ ਜੀ ਦਰਜੀ ਕੋਲੋਂ ਕਟਾ ਕੇ ਸਿਲਾ ਲਿਆ। ਤੇ ਧਿਆਨ ਜੀ ਹੁਣ ਜਦ ਮਹਾਰਾਜ ਇਸ਼ਨਾਨ ਕਰਕੇ ਪਾਉਣਗੇ ਤੇ ਕਿੰਨੀ ਸ਼ੋਭਾ ਹੋਏਗੀ, ਧਿਆਨ ਜੀ ਪਹਿਨਾ ਦਿੱਤਾ। ਤੇ ਅੰਬਾਂ ਵਾਲੀ ਰੇਹੜੀ ਤੇ ਖੜੇ ਤੇ ਸਾਧ ਸੰਗਤ ਜੀ ਉਹ ਅੰਬ ਲੈ ਲਿਆ ਵੀ ਇਹ ਮੈਂ ਮਹਾਰਾਜ ਨੂੰ ਭੇਟਾ ਕਰੂੰਗਾ, ਉਹਨੇ ਕੋ ਪੈਸੇ ਹੋਣਗੇ। ਇੱਕ ਅੰਬ ਲੈ ਲਿਆ, ਬੜਾ ਸੋਹਣਾ ਮੋਟਾ ਸੀਗਾ, ਚੀਜ਼ ਵੇਖਣ ਨੂੰ ਸੋਹਣੀ ਲੱਗਦੀ ਹੈ। ਆ ਗੱਡੀਆਂ ਸ਼ੋਰੂਮ ਦੇ ਇੰਨੀਆਂ ਚਮਕਦੀਆਂ, ਜਦ ਸੜਕ ਤੇ ਤੁਰਦੀਆਂ ਨੇ ਪਤਾ ਉਦੋਂ ਲੱਗਦਾ। ਫਲ ਫਰੂਟ ਸਾਡੇ ਹੱਥਾਂ ਦੇ ਵਿੱਚ ਗਰਮੀ ਹੈ, ਬਸ ਸ਼ੋਰੂਮ ਤੇ ਲੱਗਾ ਹੋਇਆ ਸਭ ਕੁਝ ਸੋਹਣਾ ਜਦ ਲੈ ਲਿਆ, ਜੇ ਤਾਂ ਵਰਤ ਲਓ ਤਾਂ ਠੀਕ ਹੈ, ਜੇ ਥੋੜਾ ਜਿਹਾ ਗਰਮੀ ਲੱਗ ਗਈ ਤਾਂ ਗਿਆ ਗਵਾਤਾ। ਫਿਰ ਉਹ ਕਿਹੜਾ ਹਵਾਈ ਜਹਾਜ਼ ਜਾਂ ਰੇਲ ਗੱਡੀ ਤੇ ਆਉਣਾ ਸੀਗਾ, ਉਹਨਾਂ ਦਾ ਤੁਰ ਕੇ ਹੀ ਸੀਗਾ। ਰਾਹ ਦੇ ਵਿੱਚ ਉਹ ਗਰਮੀ ਦੇ ਨਾਲ ਥੋੜਾ ਬਿਰਧ ਹੋ ਗਿਆ, ਨਰਮ ਹੋ ਗਿਆ। ਸੋਚਿਆ ਮਨਾ ਵੀ ਇਹ ਗੋਂਦਵਾਲ ਸਾਹਿਬ ਪਹੁੰਚੂਗਾ ਨਹੀਂ, ਜੇ ਪਹੁੰਚ ਗਿਆ ਤੇ ਮਹਾਰਾਜ ਨੂੰ ਭੇਟਾ ਕਰਨ ਜੋਗਾ ਨਹੀਂ ਰਹੇਗਾ। ਮਾੜੀ ਚੀਜ਼ ਥੋੜੋ ਗੁਰਦੁਆਰੇ ਲਿਆਈ ਦੀ ਹੈ। ਚੱਲ ਹੁਣ ਆਪਾਂ ਇਉਂ ਕਰਦੇ ਹਾਂ ਵੀ ਆਪਾਂ ਹੀ ਛਕ ਲੈਂਦੇ ਹਾਂ। ਵਾਹਿਗੁਰੂ ਕਹਿ ਕੇ ਧੋਤਾ ਤੇ ਧਿਆਨ ਦੇ ਵਿੱਚ ਹੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਧਿਆਨ ਧਾਰਿਆ ਤੇ ਸਾਧ ਸੰਗਤ ਜੀ ਉਹ ਅੰਬ ਚੂਪ ਗਿਆ ਤੇ ਧਿਆਨ ਦੇ ਵਿੱਚ ਹੀ ਰਸਤੇ ਤੁਰ ਪਏ। ਜਦ ਗੁਰੂ ਸਾਹਿਬ ਜੀ ਗੁਰੂ ਰਾਮਦਾਸ ਜੀ ਗੋਂਦਵਾਲ ਸਾਹਿਬ ਆਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੋਲਾ ਦਿਖਾਇਆ, ਕਹਿੰਦੇ ਆ ਵੇਖ ਪੁਰਖਾ, ਤੂੰ ਸਾਨੂੰ ਲਾਹੌਰ ਤੋਂ ਚੋਲਾ ਭੇਜਿਆ, ਵੇ ਕਿੰਨਾ ਸੋਹਣਾ ਸੋਹਣਾ ਲੱਗਦਾ ਨਾ। ਉਹ ਹੈਰਾਨ ਰਹਿ ਗਏ ਵੀ ਮੈਂ ਤਾਂ ਭੇਟਾ ਕੀਤਾ ਹੀ ਨਹੀਂ। ਜਿਹੜੀ ਗਿਟਕ ਸੀ ਅੰਬ ਦੀ, ਕਹਿੰਦੇ ਆ ਵੇਖ ਕਿੰਨਾ ਸੋਹਣਾ ਅੰਬ ਤੂੰ ਦਿੱਤਾ ਸਾਨੂੰ। ਉਹ ਹੈਰਾਨ ਹੋ ਗਏ ਮਹਾਰਾਜ। ਇਹ ਹੁਣ ਜ਼ਰੂਰੀ ਨਹੀਂ ਵੀ ਹਾਜ਼ਰੀ ਸਰੀਰ ਕਰਕੇ ਹੈ, ਮਨ ਦੀ ਵੀ ਹਾਜ਼ਰੀ ਲੱਗਦੀ ਹੈ। ਕਿਸੇ ਜਗ੍ਹਾ ਤੁਸੀਂ ਨਹੀਂ ਪਹੁੰਚ ਸਕਦੇ, ਹਰਿਮੰਦਰ ਸਾਹਿਬ ਦੇ ਵਾਸਤੇ ਆਪਾਂ ਅਰਦਾਸ ਕਰਦੇ ਹਾਂ ਕਿ ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਜਿੱਥੇ ਵੀ ਨਹਾਉਂਦੇ ਹੋ ਇਹ ਸ਼ਬਦ ਪੜੋ, ਰਾਮਦਾਸ ਸਰੋਵਰ ਨਹਾਤੇ ਸਭ ਤਰੇ ਪਾਪ ਕਮਾਤੇ। ਘਰ ਬੈਠਿਆਂ ਇਸ਼ਨਾਨ ਦਾ ਫਲ, ਕਿਸੇ ਵੀ ਸਰੋਵਰ ਟੁੱਬਾ ਲਾਉਣਾ
ਸ਼ਬਦ ਪੜ੍ਹਦਿਆਂ ਬਾਣੀ ਪੜ੍ਹਦਿਆਂ ਉੱਥੇ ਹੀ ਮਹਾਰਾਜ ਦਾ ਸਰੋਵਰ। ਤੇ ਇਸ ਵਾਸਤੇ ਧਿਆਨ ਦੀ ਗੱਲ ਹੈ, ਜਿਹੜਾ ਹਿਰਦੇ ਦੇ ਵਿੱਚ ਨਾਮ ਚੱਲਣਾ ਜਾਂ ਮਹਾਰਾਜ ਦਾ ਧਿਆਨ ਵਸਾਉਣਾ, ਇਹੀ ਗੁਰੂ ਦੀ ਪੂਜਾ। ਜ਼ਰੂਰੀ ਨਹੀਂ ਵੀ ਰੁਮਾਲੇ ਲਿਆਓ ਜਾਂ ਦੁੱਧ ਖਾਓ ਜਾਂ ਕੁਝ ਇਸ ਤਰ੍ਹਾਂ, ਇਹ ਸਤਿਕਾਰ ਕਰਨਾ ਤਾਂ ਲਾਜ਼ਮੀ ਹੈ। ਤੇ ਪਰ ਮਹਾਰਾਜ ਨੇ ਕਿਹਾ ਹਿਰਦੇ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ। ਧਾਰਮਿਕ ਜਗ੍ਹਾ ਤੇ ਆਪਾਂ ਬਹੁਤਾ ਲੰਬਾ ਸਮਾਂ ਨਹੀਂ ਰਹਿ ਸਕਦੇ, ਆਪਦੇ ਘਰ ਬਹਿ ਕੇ ਵੀ ਰੱਬ ਦਾ ਨਾਮ ਜਪੋ। ਓੜਨ ਕਥਨ ਸਿਵਤ ਸਜਾਈ, ਜਿਹੜਾ ਇਸ ਤਰ੍ਹਾਂ ਦੀ ਪੂਜਾ ਕਰਦਾ ਉਹਨੂੰ ਕੋਈ ਕਜੀਆ ਕੋਈ ਝਗੜਾ ਨਹੀਂ ਰਹਿੰਦਾ। ਜੋ ਸੱਜੀ ਸੋਹਣੀ ਉਸਤਤੀ ਕਰਦੇ ਹਨ ਉਹਨਾਂ ਦੇ ਜਸ ਦਾ ਓੜ ਕੰਦ ਕਹਿਣ ਵਿੱਚ ਨਹੀਂ ਆਉਂਦਾ ਹੈ। ਜਿਉ ਦੁੱਧ ਪਾਵੈ ਰਹਿ ਰਜਾਈ, ਇਹ ਪ੍ਰਮਾਤਮਾ ਜਿਵੇਂ ਤੈਨੂੰ ਪਾਉਂਦਾ ਉਵੇਂ ਉਹ ਤੇਰੀ ਆਗਿਆ ਵਿੱਚ ਰਹਿੰਦੇ ਹਨ। ਦਰਗਾਹ ਪੈਦੇ ਜਾਨ ਸੁਹਲੇ, ਇਹ ਸੱਚੇ ਪਾਤਸ਼ਾਹ ਜੀਓ ਹੁਕਮ ਸੱਚੇ ਪਾਤਸ਼ਾਹ ਸੇ, ਤੂੰ ਸਾਡਾ ਸੱਚਾ ਪਾਤਸ਼ਾਹ, ਤੇਰੇ ਭਾਣੇ ਵਿੱਚ ਹੁਕਮ ਵਿੱਚ ਉਹ ਗੁਰਮੁਖ ਜਸ ਰੂਪ ਪੁਸ਼ਾਕੇ ਪਹਿਨਗੇ, ਸੁਖ ਦੇ ਸਹਿਤ ਹੋ ਕੇ ਦਰਗਾਹ ਦੇ ਵਿੱਚ ਜਾਂਦੇ ਹਨ। ਪਹਿਰ ਸਿਰ ਪਾਓ ਸੇਵਕ ਜਨ ਮੇਲੇ, ਜਨ ਨਾਨਕ ਪ੍ਰਗਟ ਪਹਾੜਾ ਹੈ। ਸਿਰੋਂ ਪਾਉ ਦਾ ਮਤਲਬ ਹੈ ਸਿਰ ਤੋਂ ਲੈ ਕੇ ਪੈਰਾਂ ਤੱਕ ਜਿਹੜਾ ਪੜਦਾ ਟਕੇ। ਇਹ ਮਹਾਰਾਜ ਦੇ ਘਰ ਵਿੱਚੋਂ ਨਾਮ ਦਾ ਜਸ ਦਾ ਸਿਰੋਂ ਪਾਉ ਪੁਸ਼ਾਕਾ ਮਿਲਦਾ ਹੈ। ਕਿਆ ਕਹੀਐ ਗੁਣ ਕਥਾ ਕਨੇਰੇ, ਇਹ ਪ੍ਰਮਾਤਮਾ ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਣਿਆ। ਮੈਂ ਮੂਰਖ ਕਿਸ ਜੀਵ ਦੀਜੈ, ਪਰਣਮਤ ਨਾਨਕ ਸੁਣ ਮੇਰੇ ਸਾਹਿਬ, ਡੁੱਬਦਾ ਪੱਥਰ ਲੀਜੈ। ਤੇਰੇ ਅਨੇਕਾਂ ਜੀਵ ਗੁਣਾਂ ਨੂੰ ਕਥਨ ਕਰਦੇ ਹਨ। ਅੰਤ ਨ ਪਾਵਹਿ ਵੱਡੇ ਵਡੇਰੇ, ਅਸੀਂ ਕੀ ਕਥਨ ਕਰ ਸਕਦੇ ਹਾਂ? ਬੜੇ ਛੋਟੇ ਜਿਹੇ ਜੀਵ ਆ। ਵੱਡਿਆਂ ਤੋਂ ਵੱਡੇ ਕੌਣ? ਬ੍ਰਹਮਾ ਵਰਗੇ ਜਿਹਨੇ 4 ਵੇਦ ਰਚ ਦਿੱਤੇ। ਉਹ ਵੀ ਵੱਡੇ ਤੇਰੇ ਗੁਣਾਂ ਦਾ ਅਖੀਰ ਅੰਤ ਨਹੀਂ ਪਾ ਸਕੇ, ਤੇ ਆਪਾਂ ਕਿਵੇਂ ਪਾ ਸਕਾਂਗੇ? ਨਾਨਕ ਸਾਚ ਮਿਲੈ ਪਤ ਰਾਖਾਓ, ਸਤਿਗੁਰੂ ਨਾਨਕ ਦੇਵ ਮਹਾਰਾਜ ਕਥਨ ਕਰਦੇ ਹੀ ਪ੍ਰਮਾਤਮਾ ਤੂੰ ਸਾਡੀ ਇੱਜ਼ਤ ਪਤ ਰੱਖਣਾ ਕਰ ਜੀਓ। ਤੂੰ ਸਿਰ ਸਾਹਾ ਪਾਤਸ਼ਾਹ ਹੈ, ਸਾਨੂੰ ਤੇਰਾ ਸੱਚਾ ਨਾਮ ਪ੍ਰਾਪਤ ਹੋਵੇ ਜਿਹਦੇ ਨਾਲ ਸਾਡੀ ਇਸ ਲੋਕ ਵਿੱਚ ਵੀ ਇੱਜ਼ਤ ਹੋਵੇ। ਇੱਜ਼ਤ ਕਮਾਉਣੀ ਔਖੀ ਹੈ, ਪੈਸਾ ਕਮਾਉਣਾ ਕੋਈ ਬਹੁਤਾ ਔਖਾ ਨਹੀਂ, ਤੇ ਯਮਾਂ ਦੇ ਹੱਥ ਵੀ ਸਾਡੀ ਬੇਇੱਜ਼ਤੀ ਨਾ ਹੋਵੇ। ਤੂੰ ਸੱਚਾ ਪਾਤਸ਼ਾਹ ਦਾ ਵੀ, ਤੇ ਤੂੰ ਜਿਹੜੇ ਦੁਨੀਆ ਦੇ ਪਾਤਸ਼ਾਹ ਨੇ ਉਹਨਾਂ ਦਾ ਵੀ ਸ਼੍ਰੋਮਣੀ ਸੱਚਾ ਪਾਤਸ਼ਾਹ ਹੈ। ਸੋ ਪਾਤਸ਼ਾਹ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ। ਸਾਡੀ ਇੱਜ਼ਤ ਤੇਰੇ ਹੱਥ ਕਿਰਪਾ ਕਰਕੇ ਕਲਯੁਗ ਦੇ ਭਿਆਨਕ ਸਮੇਂ ਵਿੱਚ ਸਾਡੀ ਇੱਜ਼ਤ ਦੀ ਰੱਖਿਆ ਕਰੋ ਜੀ, ਅਤੇ ਮਰਨ ਤੋਂ ਬਾਅਦ ਪਰਲੋਕ ਵਿੱਚ ਇੱਜ਼ਤ ਪਹੁੰਚਾਉਣੀ ਜੀ। ਮਾਰੂ ਮਹੱਲਾ ਪਹਿਲਾ। ਮਾਰੂ ਰਾਗ ਵਿੱਚ ਸਤਿਗੁਰੂ ਨਾਨਕ ਦੇਵ ਜੀ ਅਗਲਾ ਸ਼ਬਦ ਉਚਾਰਨ ਕਰ ਰਹੇ ਹਨ। ਦੱਖਣੀ ਛੰਦ ਦੀ ਚਾਲ ਅਨੁਸਾਰ ਸ਼ਬਦ ਉਚਾਰਦੇ ਨੇ, ਜਾਂ ਕਿਸੇ ਦੱਖਣ ਦੇਸ਼ ਦੀ ਸੰਗਤ ਆਈ ਹੋਊਗੀ ਉਹਦੇ ਪ੍ਰਤਾਈ ਉਪਦੇਸ਼ ਗੁਰੂ ਜੀ ਨੇ ਦਿੱਤਾ ਹੋਵੇਗਾ। ਕਾਇਆ ਨਗਰ ਨਗਰ ਗੜ ਅੰਦਰ, 84 ਲੱਖ ਜੂਨਾਂ ਅੰਦਰ ਮਨੁੱਖਾਂ ਦੇ ਇੱਕ ਨਗਰੀ ਹੈ। ਇਸ ਨਗਰੀ ਦੇ ਅੰਦਰ 10ਵਾਂ ਦੁਆਰ ਜਾਂ ਅੰਤःਕਰਨ ਰੂਪੀ ਕਿਲਾ ਬਣਿਆ ਹੋਇਆ ਹੈ। ਇਸੇ ਪ੍ਰਕਾਰ ਕਾਇਆ ਨਗਰ ਨਗਰ ਗੜ ਅੰਦਰ, ਸਥੂਲ ਦੇਹ ਇੱਕ ਵੱਡਾ ਨਗਰ ਹੈ, ਇਸ ਦੇ ਅੰਦਰ ਸੂਖਮ ਦੇਹ ਨਗਰ ਹੈ, ਅਤੇ ਇਸ ਦੇ ਅੰਦਰ ਬੁੱਧ ਰੂਪ ਕਿਲਾ ਬਣਿਆ ਹੋਇਆ ਹੈ। ਇਸੇ ਪ੍ਰਕਾਰ ਕਾਇਆ ਨਗਰ ਨਗਰ ਗੜ ਅੰਦਰ, ਜੋ ਨਗਰਾਂ ਵਿੱਚੋਂ ਸ੍ਰੇਸ਼ਟ ਮਨੁੱਖਾ ਦੇਹ ਰੂਪੀ ਨਗਰ ਘੜਿਆ ਹੋਇਆ ਹੈ।
ਜਾਂ ਇਹ ਸੰਸਾਰ ਈਸ਼ਰ ਦੀ ਕਾਇਆ, ਇਸ ਵਿਚਾਰੇ ਖਾਣੀਆਂ ਦੇ ਸਰੀਰ ਰੂਪ ਨਗਰ ਵਸਾਏ ਹੋਏ ਹਨ। ਇਹਨਾਂ ਨਗਰਾਂ ਦੇ ਅੰਦਰ ਸਾਧ ਸੰਗਤ ਰੂਪ ਕਿਲਾ ਬਣਿਆ ਹੋਇਆ ਹੈ। ਜਾਂ ਇਹ ਸਤ ਸੰਗਤ ਪਰਮੇਸ਼ਰ ਦੀ ਕਾਇਆ, ਇਸ ਦੇ ਅੰਦਰ ਸ਼ੁਭ ਗੁਣਾ ਰੂਪ ਨਗਰ ਵਸਦਾ ਹੈ ਅਤੇ ਸ਼ੁਭ ਗੁਣਾ ਰੂਪ ਨਗਰ ਦੇ ਅੰਦਰ ਮਨ ਰੂਪ ਕਿਲਾ ਵਸਦਾ ਹੈ। ਸਾਚਾ ਵਾਸਾ ਪੁਰ ਗਗਨ ਅੰਦਰ, ਉਹ ਸੱਚਾ ਪਰਮਾਤਮਾ ਸਭ ਪੁਰੀਆਂ ਤੇ ਆਕਾਸ਼ ਵਿੱਚ ਵੀ ਨਿਵਾਸ ਕਰ ਰਿਹਾ ਹੈ। ਜਾਂ ਪੂਰਨ ਗਗਨ ਚੇਤਨ ਚਿਦਾਕਾਸ਼ ਸੱਚੇ ਪਰਮਾਤਮਾ ਦਾ ਸਭ ਦੇ ਅੰਤःਕਰਨ ਵਿੱਚ ਨਿਵਾਸ ਹੈ। ਅਸਥਿਰ ਥਾਨ ਸਦਾ ਨਿਰਮਾਇਲ, ਉਸ ਪ੍ਰਭੂ ਦਾ ਸਾਧ ਸੰਗਤ ਸਰੂਪ ਰੂਪ ਅਸਥਾਨ ਅਸਥਿਤ ਅਤੇ ਹਮੇਸ਼ਾ ਉਜਲ ਹੈ। ਆਪੇ ਆਪ ਉਪਾਇਂਦਾ, ਉਹ ਆਪੇ ਆਪ ਹੀ ਇਹਨਾਂ ਨਗਰਾਂ ਨੂੰ ਪੈਦਾ ਕਰਦਾ ਹੈ। ਜਾਂ ਜਿਸ ਦਾ ਚਿੱਤ ਸਦਾ ਨਿਰਮਲ ਰਹਿੰਦਾ, ਉਹਨੂੰ ਅਸਥਿਤ ਰੂਪ ਥਾਨ ਦਸਮ ਦੁਆਰ ਵਿੱਚ ਚੇਤਨ ਦੀ ਲਾਟ ਪ੍ਰਤੀਤ ਹੁੰਦੀ ਹੈ। ਇਸ ਪ੍ਰਕਾਰ 9 ਗੋਲਕਾਂ ਤੇ 10 ਦੁਆਰੀਆਂ ਵਾਲੇ ਸਰੀਰ ਉਹ ਪਰਮੇਸ਼ਰ ਆਪੇ ਆਪ ਹੀ ਪੈਦਾ ਕਰਦਾ ਹੈ। ਇਸੇ ਪ੍ਰਕਾਰ ਅਸਥਿਰ ਥਾਨ ਸਦਾ ਨਿਰਮਾਇਲ, ਸਾਧ ਸੰਗਤ ਰੂਪ ਅਸਥਿਤ ਥਾਂ ਹੈ ਜੋ ਸਦਾ ਹੀ ਮਨ ਨੂੰ ਨਿਰਮਲ ਕਰਨ ਵਾਲਾ ਹੈ। ਜਿਸ ਸਤ ਸੰਗਤ ਨੂੰ ਆਪੇ ਆਪ ਪਾਇੰਦਾ, ਪਰਮਾਤਮਾ ਆਪ ਹੀ ਆਪਣੇ ਵੱਲੋਂ ਪੈਦਾ ਕਰਦਾ ਹੈ। ਇਸੇ ਪ੍ਰਕਾਰ ਅਸਥਿਰ ਥਾਨ ਸਦਾ ਨਿਰਮਾਇਲ, ਜਿਸ ਦਾ ਹਿਰਦਾ ਰੂਪੀ ਥਾਂ ਸ਼ੁਭ ਗੁਣਾਂ ਕਰਕੇ ਸਥਿਤ ਹੋਇਆ ਹੈ, ਉਸ ਦਾ ਉਜਲ ਜੀਵਨ ਹੋ ਜਾਂਦਾ ਹੈ। ਮਤਲਬ ਜੋ ਤੁਹਾਡੇ ਢਿੱਡ 'ਚ ਹੋਊਗਾ ਤੁਹਾਡੇ ਚਿਹਰੇ ਤੇ ਚਮਕੂਗਾ, ਤੁਹਾਡੀ ਜ਼ੁਬਾਨ ਤੇ ਆਊਗਾ। ਜੋ ਕੁਛ ਤੁਹਾਡੇ ਅੰਦਰ ਚੱਲ ਰਿਹਾ ਹੈ, ਅੰਦਰ ਕਮਾਣਾ ਸਰ ਪਰ ਉਗੜ, ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ। ਸੰਤ ਭੋਰਾ ਪੁੱਟ ਕੇ ਬੰਦਗੀ ਕਰਦੇ ਨੇ, ਦੁਨੀਆ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਜਾਂਦਾ। ਉਹ ਦਰਵਾਜ਼ਿਆਂ ਦੇ ਲਾਈਨ ਲਾ ਕੇ ਖੜ ਜਾਂਦੇ ਵੀ ਜਦੋਂ ਬਾਬਾ ਜੀ ਬਾਹਰ ਆਉਣਗੇ ਆਪਾਂ ਉਹਨਾਂ ਨੂੰ ਮੱਥਾ ਟੇਕਾਂਗੇ, ਦਰਸ਼ਨ ਕਰਾਂਗੇ। ਮਤਲਬ ਪ੍ਰਭੂ ਦਾ ਨਾਮ ਗੁਪਤ ਨਹੀਂ ਰਹਿੰਦਾ। ਆਮ ਦੁਨਿਆਵੀ ਗੱਲਾਂ ਵੀ ਗੁਪਤ ਨਹੀਂ ਰਹਿੰਦੀਆਂ। ਨਾਮ ਤਾਂ ਬੜਾ ਤਾਕਤ ਵਾਲਾ ਹੈ। ਜੇ ਤੁਹਾਡੇ ਹਿਰਦੇ 'ਚ ਨਾਮ ਹੋਊਗਾ ਤੁਹਾਡੇ ਮੱਥੇ ਤੇ ਲਿਖਿਆ ਜਾਊਗਾ, ਉਹ ਜੋ ਤੁਹਾਡੇ ਮੱਥੇ ਤੇ ਚਮਕਾਰੇ ਮਾਰੂਗੀ। ਤਾਂ ਇਸ ਤਰ੍ਹਾਂ ਮਹਾਰਾਜ ਉਹਦਾ ਜੀਵਨ ਉਜਲ ਬਣਾ ਦਿੰਦਾ, ਨਿਰਮਲ ਬਣਾ ਦਿੰਦਾ। ਉਹ ਪਰਮਾਤਮਾ ਜੋ ਹੈ ਆਪੇ ਆਪੇ ਪਾਇੰਦਾ, ਉਹਦੇ ਅੰਦਰ ਤਤ ਪਦ ਦੇ ਲਾਖਰ ਤੇ ਆਪ ਹੀ ਤਵੰਗ ਪਦ ਦੇ ਲਾਖਰ ਦਾ ਗਿਆਨ ਪੈਦਾ ਕਰ ਦਿੰਦਾ ਹੈ। ਅੰਦਰ ਕੋਟ ਸੱਜੇ ਹਟ ਨਾਲੇ, ਇਹ ਸਰੀਰ ਰੂਪ ਕਿਲੇ ਦੇ ਅੰਦਰ 9 ਗੋਲਕਾਂ ਰੂਪੀ ਛੱਜੇ। ਛੱਜੇ ਮਤਲਬ ਜਿਹੜਾ ਵਧਾ ਵਧਿਆ ਹੁੰਦਾ। ਸਾਡੇ ਪਿੰਡਾਂ 'ਚ ਉਹ ਸਾਰੀਆਂ ਗਲੀਆਂ ਹੀ ਮੰਨ ਲੈਂਦੇ ਨੇ। 3 ਫੁੱਟ ਦਾ ਕਹਿੰਦੇ ਕੋਈ ਪਾ ਸਕਦਾ, ਉਨੀ ਕੀ ਗਲੀ ਹੁੰਦੀ ਹੈ 6 ਫੁੱਟ ਦੀ। ਤੇ ਨੋਨੇ ਬਾਲਿਆ ਤੇ ਨੋਨੇ ਬਾਲਿਆ। ਅੱਜ ਕੱਲ੍ਹ ਸ਼ਹਿਰੀ ਨਕਸ਼ੇ ਮੁਤਾਬਕ ਤੁਸੀਂ ਆਪਦੇ ਘਰ ਦੇ ਅੰਦਰ ਹੀ ਉਹਨੂੰ ਵਧਾ ਸਕਦੇ ਹੋ। ਜਗ੍ਹਾ ਛੱਡਣੀ ਪੈਂਦੀ 4 ਸਵੇਰੇ। ਉਹਨੂੰ ਛੱਜਾ ਕਹਿੰਦੇ ਨੇ, ਜਿਹੜਾ ਵਧਾਇਆ ਹੋਵੇ। ਇਹ 9 ਗੋਲਕਾਂ ਰੂਪੀ ਛੱਜੇ ਨੇ। ਆ ਕੰਨ ਦਾ ਵੇਖੋ ਛੱਜਾ ਕਿੰਨਾ ਲੰਮਕ ਰਿਹਾ ਹੈ, ਨੱਕ ਕਿੰਨਾ ਠਾਹ ਨੂੰ ਆਇਆ ਹੋਇਆ। ਇਸ ਤਰ੍ਹਾਂ ਇਹ ਛੱਜੇ ਨੇ। ਇੰਦਰੀਆਂ ਰੂਪ ਬਾਜ਼ਾਰ ਬਣੇ ਹੋਏ ਹਨ। ਆਪੇ ਲੈਵੈ ਵਸਤ ਸੰਭਾਲੇ, ਆਯੂ ਉਮਰਾ ਪੂਰੀ ਹੋਈ ਤੋਂ ਪ੍ਰਭੂ ਆਪ ਹੀ ਆਪਣੀ ਚੇਤਨ ਸੱਤਾ ਰੂਪ ਵਸਤੂ ਲੈ ਕੇ ਸੰਭਾਲ ਲੈਂਦਾ ਹੈ। ਭਾਵ ਇਸ ਕਾਇਆ ਦੀ ਸਮਾਪਤੀ ਕਰ ਦਿੰਦਾ ਹੈ। ਇਸੇ ਪ੍ਰਕਾਰ ਅੰਦਰ ਕੋਟ ਸੱਜੇ ਹਟ ਨਾਲੇ, ਸਾਧ ਸੰਗਤ ਰੂਪ ਕਿਲੇ ਦੇ ਅੰਦਰ ਸ਼ੁਭ ਗੁਣਾ ਰੂਪੀ ਛੱਜੇ ਅਤੇ ਵਿਵੇਕ ਵੈਰਾਗ ਰੂਪੀ ਬਾਜ਼ਾਰ ਬਣੇ ਹੋਏ ਹਨ। ਆਪੇ ਲੈਵੈ ਵਸਤ ਸੰਭਾਲੇ, ਗੁਰਮੁਖ ਜਨ ਸ਼ਰਵਣ ਮਨਨ ਨਿਧਿਆਸਨ ਕਰਕੇ ਆਤਮਕ ਆਨੰਦ ਰੂਪ ਵਸਤੂ ਨੂੰ ਸੰਭਾਲ ਲੈਂਦਾ ਅਤੇ ਆਪਣੇ ਸਰੂਪ ਰੂਪੀ ਘਰ ਨੂੰ ਪ੍ਰਾਪਤ ਕਰ ਲੈਂਦਾ ਹੈ। ਹਰੇਕ ਚੀਜ਼ ਦੀ ਵੈਲਿਡਿਟੀ ਹੈ। ਬਿਲਡਿੰਗ ਦੀ ਹੈ, ਗੁਰਦੁਆਰਾ ਖਾਲਸਾ ਦੀਵਾਨ ਦੀ ਬਿਲਡਿੰਗ ਕਾਮਾ ਗਾਟਾ ਮਾਰੋ। ਬਾਬਾ ਗੁਰਦਿੱਤ ਸਿੰਘ ਵੇਲੇ ਜਿਹੜੇ ਸਿੱਖ ਸੀਗੇ
ਉਹਨਾਂ ਦੇ ਆਸ-ਪਾਸ ਉਹ ਗੁਰਦੁਆਰੇ ਦੀ ਬਿਲਡਿੰਗ ਬਣੀ ਤਾਂ ਹੁਣ ਵਧਾ ਕੇ ਆਏ। ਮਤਲਬ ਹਰੇਕ ਚੀਜ਼ ਦੀ ਬੁਨਿਆਦ ਤੇ ਆਪਦੇ ਸਰੀਰ ਦੀ ਵੀ ਹੈ। ਕਿੰਨਾ ਕੁ ਬੰਦਾ ਜੀਉ ਸਕੂਗਾ? ਇਹ ਛੱਜੇ ਛੁੱਜੇ ਸਾਰੇ ਟੁੱਟ ਟੱਟ ਜਾਣਗੇ, ਕੰਨ ਬੋਲੇ ਹੋ ਜਾਣਗੇ, ਜ਼ਬਾਨ ਬੰਦ ਹੋ ਜਾਏਗੀ, ਸਰੀਰ ਲੜਖੜਾਉਣ ਲੱਗ ਪਏਗਾ। ਇਸ ਲਈ ਜਿੰਨਾ ਕੁ ਸਮਾਂ ਹੈ ਉਨਾ ਕੀ ਸੰਭਾਲਣਾ ਚਾਹੀਦਾ ਹੈ। ਜਿੰਨੇ ਦਿੱਤੀ ਹੈ ਵਸਤੂ ਉਹਨੇ ਲੈ ਵੀ ਲੈਣੀ ਹੈ। ਬਜਰ ਕਪਾਟ ਜੜੇ ਜੜ ਜਾਣਾ, ਪੰਜਾਂ ਕੋਸ਼ਾਂ 6 ਚੱਕਰਾਂ ਰੂਪ ਕਰੜੇ ਤਖਤੇ ਜੜੇ ਹੋਏ ਨੇ। ਉਹਨਾਂ ਦੀ ਜੜਤੀ ਨੂੰ ਪਰਮਾਤਮਾ ਆਪ ਹੀ ਜਾਣਦਾ ਹੈ। ਗੁਰ ਸਭ ਦੀ ਖੋਲਾਇਂਦਾ, ਗੁਰਮੁਖ ਜਨਾਂ ਦੇ ਅੰਦਰੋਂ ਗੁਰੂ ਦੇ ਉਪਦੇਸ਼ ਦੀ ਕਮਾਈ ਕਰਵਾ ਕੇ ਆਪ ਹੀ ਇਹ ਜਿਹੜੇ ਬਜਰ ਕਪਾਟ ਆਸਾ ਅੰਦੇਸਾ ਦੋਏ ਪੱਟ ਜੜੇ ਇਹ ਖੋਲ ਦਿੰਦਾ ਹੈ। ਭੀਤਰ ਕੋਟ ਗੁਫਾ ਕਰ ਜਾਈ, ਇਹ ਸਥੂਲ ਸਰੀਰ ਰੂਪ ਕਿਲਾ ਹੈ। ਇਸ ਦੇ ਵਿੱਚ ਬੁੱਧੀ ਰੂਪ ਗੁਫਾ ਹੈ ਜੋ ਪਰਮੇਸ਼ਰ ਦੇ ਘਰ ਦੀ ਜਗ੍ਹਾ ਹੈ। ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ, ਉੱਥੇ ਸਰੂਪ ਰੂਪੀ ਘਰ ਦੀ ਜਗ੍ਹਾ ਹੈ। ਨਾਉ ਕਰ ਥਾਪੇ ਹੁਕਮ ਰਜਾਈ, ਆਗਿਆ ਕਰਨ ਵਾਲੇ ਪਰਮੇਸ਼ਰ ਨੇ ਆਪਣੇ ਹੁਕਮ ਦੁਆਰਾ 9 ਗੋਲਕਾਂ ਰੂਪੀ ਘਰ ਅਸਥਿਤ ਕੀਤੇ ਨੇ। ਇਸੇ ਪ੍ਰਕਾਰ ਭੀਤਰ ਕੋਟ ਗੁਫਾ ਕਰ ਜਾਈ, ਸਾਧ ਸੰਗਤ ਰੂਪ ਕਿਲਾ ਹੈ। ਇਸ ਦੇ ਵਿੱਚ ਬ੍ਰਹਮ ਵਿਦਿਆ ਭਗਤੀ ਰੂਪ ਗੁਫਾ ਤੇ ਸਰੂਪ ਰੂਪੀ ਘਰ ਦੀ ਜਗ੍ਹਾ ਹੈ। ਨਾਉ ਕਰ ਥਾਪੇ ਹੁਕਮ ਰਜਾਈ, ਇਸ ਵਿੱਚ ਮਿਲ ਕੇ ਗੁਰਮੁਖ ਜਨਾਂ ਨੇ ਰਜ਼ਾ ਦੇ ਮਾਲਕ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨ ਕੇ 9 ਗੋਲਕਾਂ ਨੂੰ ਵਿਸ਼ਿਆਂ ਵੱਲੋਂ ਸਥਿਤ ਕਰ ਦਿੱਤਾ, ਰੋਕ ਦਿੱਤਾ ਹੈ। ਦਸਵੇਂ ਪੁਰਖ ਅਲੇਖ ਅਪਾਰੀ, 10ਵੇਂ ਦਵਾਰ ਵਿੱਚ ਜਾਂ 10ਵਾਂ ਜੋ ਚੇਤਨ ਪੂਰਨ ਲੇਖੇ ਤੋਂ ਰਹਿਤ ਅਕਾਲ ਪੁਰਖ ਹੈ, ਪਾਰਾਵਾਰ ਤੋਂ ਰਹਿਤ ਪਰਮਾਤਮਾ ਹੈ। ਆਪੇ ਅਲਖ ਲਖਾਏਂਦਾ, ਉਹ ਆਪ ਹੀ ਗੁਰਮੁਖ ਜਨਾਂ ਨੂੰ ਆਪਣਾ ਲਖਣ ਤੋਂ ਰਹਿਤ ਸਰੂਪ ਜਣਾ ਦਿੰਦਾ ਹੈ। ਪੌਣ ਪਾਣੀ ਅਗਣੀ ਇੱਕ ਵਾਸਾ, ਹਵਾ, ਪਾਣੀ, ਅੱਗ, ਆਕਾਸ਼ ਅਤੇ ਪ੍ਰithvi ਇਤਿਆਦਿ ਵਿਰੋਧੀ ਤੱਤਾਂ ਨੂੰ ਇੱਕ ਥਾਂ ਨਿਵਾਸ ਦੇ ਕੇ ਆਪੇ ਕੀਤੋ ਖੇਲ ਤਮਾਸ਼ਾ, ਪ੍ਰਭੂ ਨੇ ਆਪ ਹੀ ਸੰਸਾਰ ਦਾ ਖੇਲ ਅਤੇ ਤਮਾਸ਼ਾ ਕੌਤਕ ਕੀਤਾ ਹੋਇਆ ਹੈ। ਜਾਂ ਸੰਸਾਰ ਦਾ ਖੇਲ ਤਮਾਸ਼ਾ ਬਣਾਉਣ ਰੂਪ ਇਹ ਮਹਾਰਾਜ ਜੀ ਨੇ ਕੌਤਕ ਕੀਤਾ ਹੈ। ਇਸੇ ਤਰ੍ਹਾਂ ਪੌਣ ਪਾਣੀ ਅਗਨੀ ਇੱਕ ਵਾਸਾ, ਪੌਣ ਦੀ ਤਰ੍ਹਾਂ ਰਜੋ ਗੁਣ, ਪਾਣੀ ਦੀ ਤਰ੍ਹਾਂ ਸਤੋ ਗੁਣ ਅਤੇ ਅੱਗ ਦੀ ਤਰ੍ਹਾਂ ਤਮੋ ਗੁਣ, ਭਾਵ ਤਿੰਨਾਂ ਗੁਣਾਂ ਦਾ ਇੱਕ ਅੰਤःਕਰਨ ਵਿੱਚ ਵਾਸਾ ਕਰਕੇ ਆਪੇ ਕੀਤੋ ਖੇਲ ਤਮਾਸ਼ਾ, ਇਹ ਖੇਲ ਭਾਵ ਖਿੰਡ ਜਾਣ ਵਾਲੇ ਸਰੀਰ ਦਾ ਕੌਤਕ ਕੀਤਾ ਹੈ। ਬਲਦੀ ਜਲ ਨਿਵਰੈ ਕਿਰਪਾ ਤੇ, ਉਸ ਪੁਰਸ਼ ਦੀ ਤ੍ਰਿਸ਼ਨਾ ਨੂੰ ਬਲਦੀ ਹੋਈ ਅੱਗ ਗੁਰਾਂ ਦੀ ਕਿਰਪਾ ਮਿਹਰ ਤੋਂ ਨਿਵਰਤ ਹੋ ਜਾਂਦੀ ਹੈ। ਆਪੇ ਜਲ ਨਿਦ ਪਾਏਦਾ, ਜਿਸ ਦੇ ਹਿਰਦੇ ਵਿੱਚ ਸਮੁੰਦਰ ਬੱਦਲ ਰੂਪ ਸਤਿਗੁਰੂ ਨਾਮ ਜਲ ਦੀ ਵਰਖਾ ਪਾਉਂਦਾ ਵਰਸਾਉਂਦਾ ਹੈ। ਧਰ ਤੇ ਉਪਾਏ ਧਰੀ ਧਰਮਸ਼ਾਲਾ, ਜਿਸ ਪਰਮੇਸ਼ਰ ਨੇ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਧਰਤੀ ਪੈਦਾ ਕਰਕੇ ਧਰਮ ਕਮਾਉਣ ਦੀ ਥਾਂ ਬਣਾ ਕੇ ਰੱਖੀ ਹੈ। ਜਾਂ ਇਸੇ ਪ੍ਰਕਾਰ ਧਰ ਤੇ ਉਪਾਏ ਧਰੀ ਧਰਮਸ਼ਾਲਾ, ਸਭ ਦੁਨੀਆ ਵਿੱਚੋਂ ਇਹ ਭਾਰਤ ਵਰਸ਼ ਦੀ ਧਰਤੀ ਜਾਂ ਬੁੱਧੀ ਰੂਪ ਧਰਤੀ ਜਾਂ ਸਤਸੰਗਤ ਰੂਪ ਧਰਤੀ ਪੈਦਾ ਕਰਕੇ ਧਰਮ ਦਾ ਸਥਾਨ ਬਣਾ ਕੇ ਰੱਖੀ ਹੈ। ਗੋਤਪਤ ਪਰਲੋ ਆਪਨ ਰਾਲਾ, ਉਹ ਪਰਮਾਤਮਾ ਸਭ ਸ੍ਰਿਸ਼ਟੀ ਦੀ ਉਤਪਤੀ ਤੇ ਪਰਲੋ ਨਾਸ਼ ਕਰਦਾ ਰਹਿੰਦਾ ਹੈ, ਪਰ ਆਪ ਉਤਪਤੀ ਤੇ ਪਰਲੋ ਤੋਂ ਅਸੰਗ ਰਹਿੰਦਾ ਹੈ। ਇਸੇ ਪ੍ਰਕਾਰ ਉਤਪਤ ਪਰਲੋ ਆਪਨ ਰਾਲਾ,
ਗੁਰਮੁਖਾਂ ਦੇ ਅੰਦਰ ਸ਼ੁਭ ਗੁਣਾਂ ਦੀ ਉਤਪਤੀ ਅਤੇ ਅਸ਼ੁਭ ਗੁਣਾਂ ਦੀ ਪਰਲੋ ਕਰ ਦਿੰਦਾ ਹੈ ਅਤੇ ਆਪ ਹੀ ਨਿਆਰਾ ਹੋ ਕੇ ਸਭ ਨੂੰ ਪ੍ਰਕਾਸ਼ਦਾ ਹੈ। ਪਵਨ ਖੇਲ ਕੀਆ ਸਭ ਥਾਈ, ਪ੍ਰਭੂ ਨੇ ਸਭ ਥਾਵਾਂ ਵਿੱਚ ਹਵਾ ਦਾ ਸਵਾਸ ਰੂਪ ਕੌਤਕ ਕੀਤਾ ਹੋਇਆ ਹੈ। ਕਲਾ ਖਿੰਚ ਟਾਹਾਇਂਦਾ, ਜਦ ਪ੍ਰਮਾਤਮਾ ਆਪਣੀ ਚੇਤਨ ਸੱਤਾ ਖਿੱਚ ਲੈਂਦਾ ਹੈ ਉਸ ਵੇਲੇ ਸਰੀਰਾਂ ਦੀ ਖੇਡ ਨੂੰ ਢਾਹ ਦਿੰਦਾ ਹੈ। ਪਾਰ 18 ਮਾਲਣ ਤੇਰੀ, 18 ਭਾਰ ਸਾਰੀ ਬਨਸਪਤੀ ਮੰਨੀ ਗਈ ਹੈ। ਇਹ ਮੰਨਿਆ ਜਾਂਦਾ ਹੈ ਕਿ ਹਰੇਕ ਬ੍ਰਿਕਸ਼ ਦਾ ਇੱਕ ਇੱਕ ਪੱਤਾ ਇਕੱਠਾ ਕਰੀਏ ਤੇ 18 ਭਾਰ ਤੋੜ ਹੋ ਜਾਂਦਾ। ਸਤਿਯੁਗ ਵਿੱਚ ਭਾਰ 16 ਮਣ, ਤ੍ਰੇਤੇ ਵਿੱਚ 12 ਮਣ, ਦੁਆਪਰ ਵਿੱਚ 8 ਮਣ ਤੇ ਕਲਯੁਗ ਵਿੱਚ 4 ਮਣ ਕੱਚਾ ਇੱਕ ਭਾਰ ਮੰਨਿਆ ਜਾਂਦਾ ਹੈ। ਇਉਂ 18 ਭਾਰ ਸਾਰੀ ਬਨਸਪਤੀ ਤੇਰੇ ਅੱਗੇ ਮਾਲਣ ਫੁੱਲ ਝਲਾਉਣ ਵਾਲੀ ਬਣੀ ਹੋਈ ਹੈ। ਚੌਰ ਢੁੱਲੈ ਪਵਨ ਲੈ ਫੇਰੀ, ਜੋ ਹਵਾ ਭੁਆਂਟਣੀ ਲੈਂਦੀ ਹੈ ਜਾਂ ਜੋ ਹਵਾ ਕਰਕੇ ਬਨਸਪਤੀ ਝੋਲਦੀ ਹੈ, ਇਹ ਮਾਨੋ ਤੇਰੇ ਉੱਪਰ ਚਬਰ ਝੋਲਦਾ ਪਿਆ ਹੈ। ਪਵਨ ਚਬਰੋ ਕਰੇ, ਚੰਦ ਸੂਰਜ ਦੋਇ ਦੀਪਕ ਰਾਖੇ, ਚੰਦਰਮਾ ਤੇ ਸੂਰਜ ਦੋਵੇਂ ਦੀਵੇ ਜਗਾ ਕੇ ਰੱਖੇ ਹੋਏ ਨੇ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਸਸ ਕਰ ਸੂਰ ਸਮਾਏਂਦਾ, ਜਦੋਂ ਚੰਦਰਮਾ ਦੇ ਘਰ ਵਿੱਚ ਸੂਰਜ ਸਮਾਉਂਦਾ ਹੈ ਤਦੋਂ ਦਿਨ ਚੜ ਜਾਂਦਾ ਹੈ ਤੇ ਜਦੋਂ ਸੂਰਜ ਦੇ ਘਰ ਵਿੱਚ ਚੰਦਰਮਾ ਸਮਾਉਂਦਾ ਤਦੋਂ ਰਾਤ ਪੈ ਜਾਂਦੀ ਹੈ। ਇਸੇ ਪ੍ਰਕਾਰ ਚੰਦ ਸੂਰਜ ਦੋਇ ਦੀਪਕ ਰਾਖੇ, ਜਿਸ ਗੁਰਮੁਖ ਜਨ ਨੇ ਚੰਦਰਮਾ ਦੀ ਤਰ੍ਹਾਂ ਵੈਰਾਗ ਤੇ ਸੂਰਜ ਦੀ ਤਰ੍ਹਾਂ ਗਿਆਨ ਰੂਪ ਦੋ ਦੀਵੇ ਬਾਲ ਰੱਖੇ ਨੇ, ਉਹਦੇ ਸੂਰਜ ਦੀ ਨਿਆਈ ਗਿਆਨ ਵਿਸ਼ਿਸ਼ਟ ਅੰਤःਕਰਨ ਵਿੱਚ ਸਸ ਕਰ ਸੂਰ ਸਮਾਏਂਦਾ, ਹਰੀ ਰੂਪ ਚੰਦਰਮਾ ਸਮਾ ਜਾਂਦਾ ਹੈ। ਜਾਂ ਜਦੋਂ ਸਤੋਗੁਣ ਵਾਲੇ ਹਿਰਦੇ ਅੰਦਰ ਸੂਰਜ ਦੀ ਤਰ੍ਹਾਂ ਗਿਆਨ ਸਮਾ ਜਾਂਦਾ ਹੈ ਤਦੋਂ ਉਸ ਦੇ ਅੰਦਰੋਂ ਅਗਿਆਨ ਦਾ ਹਨੇਰਾ ਚੁੱਕਿਆ ਜਾਂਦਾ ਹੈ ਅਤੇ ਗਿਆਨ ਦਾ ਦਿਨ ਚੜ ਜਾਂਦਾ। ਜਦੋਂ ਚੰਦਰਮਾ ਦੀ ਤਰ੍ਹਾਂ ਵੈਰਾਗ ਵਾਲੇ ਹਿਰਦੇ ਵਿੱਚ ਗਿਆਨ ਪ੍ਰਕਾਸ਼ਦਾ ਹੈ ਤਦੋਂ ਸ਼ਾਂਤੀ ਸਮਾਧੀ ਰੂਪ ਨੀਂਦ ਪੈ ਜਾਂਦੀ, ਰਾਤ ਆ ਜਾਂਦੀ ਹੈ। ਪੰਖੇ ਪੰਜ ਉਡਰ ਨਹੀਂ ਧਾਵਹ, ਬ੍ਰਹਮ ਬੇਤਿਆਂ ਦੇ 5 ਪ੍ਰਾਣਾ ਰੂਪ ਪੰਛੀ ਉਡਾਰੀ ਮਾਰ ਕੇ ਕਿਸੇ ਦੇਸ਼ ਨੂੰ ਦੌੜ ਕੇ ਨਹੀਂ ਜਾਂਦੇ, ਭਾਵ ਉਹਦੇ ਵਿੱਚ ਹੀ ਲੀਨ ਹੋ ਜਾਂਦੇ ਹਨ। ਇਸੇ ਪ੍ਰਕਾਰ ਪੰਖੇ ਪੰਜ ਉਡਰ ਨਹੀਂ ਧਾਵਹ, 5 ਗਿਆਨ ਇੰਦਰੀ ਦੀ ਜਿਹੜੇ 5 ਗਿਆਨ ਇੰਦਰੀ ਨੇ ਇਹ ਪੰਛੀਆਂ ਦੀ ਤਰ੍ਹਾਂ ਨੇ, ਜਾਂ ਸਤ ਸੰਦੋਖ ਦਇਆ ਧਰਮ ਦੇ ਵਿਚਾਰ ਰੂਪ 5 ਪੰਛੀ ਨੇ। ਕਾਮ ਕ੍ਰੋਧ ਆਦਿਕ ਵਿਕਾਰਾਂ ਦੀ ਕੁਸੰਗਤ ਵੱਲ ਉੱਡ ਕੇ ਦੌੜਦੇ ਨਹੀਂ ਹਨ। ਇਸੇ ਪ੍ਰਕਾਰ ਪੰਖੇ ਪੰਜ ਉਡਰ ਨਹੀਂ ਧਾਵਹ, 5 ਪ੍ਰਵਾਨ 5 ਪ੍ਰਧਾਨ, 5 ਨਾਮੇ ਸੰਤ ਜਨ, ਗੁਰਦੁਆਰੇ ਦੇ 5 ਸਰਪੰਚ ਨੰਬਰਦਾਰ ਸੰਤ ਮਹਾਂਪੁਰਖੀ ਨੇ। ਇਹ ਵਿਵੇਕ ਰੂਪੀ ਪੰਖੀ ਦੀ ਪ੍ਰਾਪਤੀ ਕਰਕੇ ਵਾਸ਼ਨਾ ਵੱਲ ਉਡਾਰੀ ਮਾਰਨ ਰੂਪ ਦੌੜਦੇ ਨਹੀਂ ਹਨ, ਭਾਵ ਸੰਤ ਜਨ ਸਿਮਰਨ ਦਾ ਅਭਿਆਸ ਤੇ ਸਿਮਰਨ ਦੀ ਟੇਕ ਰੂਪ 2 ਖੰਭਾਂ ਨਾਲ ਸਤਸੰਗਤ ਵੱਲ ਉਡਾਰੀ ਮਾਰਦੇ ਨੇ। ਸਫਲ ਓ ਬਿਰਖ ਅੰਮ੍ਰਿਤ ਫਲ ਪਾਵਹ, ਹੋਰ ਸੰਸਾਰ ਵੱਲ ਨਹੀਂ ਦੌੜਦੇ। ਉਹ ਗੁਰਮੁਖ ਸੰਤ ਜਨ ਸਹਿਤ ਗਣ ਗਿਆਨ ਫਲ ਦੇ ਸਤਿਗੁਰ ਰੂਪ ਬ੍ਰਿਖ ਪਾਸੋਂ ਬ੍ਰਹਮਾਨੰਦ ਮੁਕਤੀ ਰੂਪ ਅੰਮ੍ਰਿਤ ਅਮਰ ਫਲ ਨੂੰ ਪਾਉਂਦੇ ਨੇ। ਗੁਰਮੁਖ ਸਹਿਜ ਰਵੈ ਗੁਣ ਗਾਵੈ, ਗੁਰਮੁਖ ਜਨ ਸ਼ਾਂਤ ਅਵਸਥਾ ਵਿੱਚ ਟਿਕ ਕੇ ਗੁਰ ਉਪਦੇਸ਼ ਜਾਂ ਜਸ ਨੂੰ ਉਚਾਰਦੇ ਅਤੇ ਗੁਣਾਂ ਨੂੰ ਗਾਇਨ ਕਰਦੇ ਨੇ। ਹਰ ਰਸ ਚੋਗ ਚੁਗਾਏ ਦਾ, ਗੁਰੂ ਸਾਹਿਬ ਜੀ ਉਹਨਾਂ ਗੁਰਮੁਖਾਂ ਨੂੰ ਹਰੀ ਨਾਮ ਰਸ ਦਾ ਚੋਗ ਜਗਾਉਣਾ ਕਰਦੇ ਹਨ।
ਝਿਲਮਿਲ ਝਿਲਕੈ ਚੰਦਨ ਤਾਰਾ। ਗੁਰਮੁਖਾਂ ਦੇ ਅੰਦਰ ਐਸਾ ਮਿਲਵਾ ਬਜਵਾ ਪ੍ਰਕਾਸ਼ ਚਮਕਦਾ ਹੈ ਜਿਸ ਦੇ ਬਰਾਬਰ ਚੰਦਰਮਾ ਦੇ ਤਾਰਿਆਂ ਆਦਿ ਦਾ ਪ੍ਰਕਾਸ਼ ਵੀ ਨਹੀਂ ਹੁੰਦਾ। ਸੂਰਜ ਕਿਰਨ ਨਾ ਬਿਜੁਲ ਗਣਾਰਾ। ਸੂਰਜ ਦੀਆਂ ਕਿਰਨਾਂ ਦੇ ਆਕਾਸ਼ ਵਿੱਚ ਬਿਜਲੀ ਦਾ ਪ੍ਰਕਾਸ਼ ਵੀ ਉਸ ਪ੍ਰਕਾਸ਼ ਵਰਗਾ ਨਹੀਂ ਹੁੰਦਾ। ਅਕਥੀ ਕਥੋ ਚਿਹਨ ਨਹੀਂ ਕੋਈ। ਪਰਮੇਸ਼ਰ ਦੀ ਕਥਨ ਤੋਂ ਰਹਿਤ ਕਥਾ ਹੈ। ਉਸ ਦਾ ਚੰਦ ਸੂਰਜ ਵਰਗਾ ਕੋਈ ਵੀ ਚਿੰਨ ਨਹੀਂ ਹੈ। ਫਿਰ ਉਹ ਕਿੱਥੇ ਹੈ? ਪੂਰ ਰਹਿਆ ਮਨ ਭਾਏਂਦਾ। ਉਹ ਸਭ ਤਾਂ ਪੂਰਨ ਹੋ ਰਿਹਾ ਹੈ। ਉਹ ਗੁਰਮੁਖ ਜਨਾਂ ਦੇ ਹਿਰਦੇ ਵਿੱਚ ਚੰਗਾ ਲੱਗਦਾ ਹੈ ਜਾਂ ਮਨ ਭਾਉਂਦਾ ਹਰੀ ਸਭ ਤਾਂ ਪੂਰਨ ਹੋ ਰਿਹਾ ਹੈ। ਬਸਰੀ ਕਿਰਨ ਜੋਤ ਉਜਿਆਲਾ। ਉਸ ਪ੍ਰਭੂ ਦੀ ਸੱਤਾ ਰੂਪ ਕਿਰਨ ਸਾਰੇ ਫੈਲੀ ਹੋਈ ਹੈ। ਉਸੇ ਦੀ ਜੋਤੀ ਦਾ ਸਾਰੇ ਪ੍ਰਕਾਸ਼ ਹੋ ਰਿਹਾ ਹੈ। ਕਰ ਕਰ ਦੇਖਾਂ ਆਪ ਦਇਆਲਾ। ਦਿਆਲੂ ਪ੍ਰਮਾਤਮਾ ਆਪ ਹੀ ਕਰਕੇ ਉਤਪਤੀ ਤੇ ਆਪ ਹੀ ਪਾਲਣਾ ਕਰਕੇ ਵੇਖ ਰਿਹਾ ਹੈ। ਜਾਂ ਇਸੇ ਪ੍ਰਕਾਰ ਕਰ ਕਰ ਦੇਖਾਂ ਆਪ ਦਇਆਲਾ। ਦਿਆਲੂ ਪ੍ਰਮਾਤਮਾ ਜਿਹਨੇ ਸਰਵਣ ਕਰਿਆ ਫਿਰ ਮੰਨਣ ਕਰਿਆ ਉਹਨੂੰ ਆਪਣੇ ਸਰੂਪ ਨੂੰ ਵਿਖਾ ਦਿੰਦਾ ਹੈ। ਅਨਹਦ ਰੁਣ ਚੁਣਕਾਰ ਸਦਾ ਤੁਨ। ਉਥੇ ਉਸ ਸਰੂਪ ਵਿੱਚ ਹੱਦ ਤੋਂ ਰਹਿਤ ਇੱਕ ਰਸ ਸੁੰਦਰ ਚੋਣਕਾਰ ਦੀ ਹਮੇਸ਼ਾ ਧੁਨੀ ਸੁਣਦੀ ਰਹਿੰਦੀ ਹੈ। 10ਵੇਂ ਦੁਆਰ ਵਿੱਚ ਸੋ ਹਿਰਦੇ ਕਮਲ ਮੈਂ ਹਰਿ ਕਾ ਵਾਸ। ਉਸ ਸਥਾਨ ਦੇ ਸਦਾ ਨਾਮ ਦੀ ਲਿਵ ਲੱਗੀ ਰਹਿੰਦੀ ਹੈ। ਨਿਰਭਉ ਕੈ ਘਰ ਵਾਇੰਦਾ। ਉਹ ਭੈ ਤੋਂ ਰਹਿਤ ਸਰੂਪ ਦੇ ਤਾਈਂ ਆਪਣੇ ਹਿਰਦੇ ਰੂਪ ਘਰ ਵਿੱਚੋਂ ਪ੍ਰਗਟ ਕਰ ਲੈਂਦਾ ਹੈ। ਜਿਵੇਂ ਧਰਤੀ ਦਾ ਪਾਣੀ ਹੈਂਡ ਪੰਪ ਦੀ ਰਾਹੀਂ ਪ੍ਰਗਟ ਹੋ ਜਾਂਦਾ, ਖੂਹਾਂ ਦੀ ਰਾਹੀਂ ਪ੍ਰਗਟ ਹੋ ਜਾਂਦਾ, ਜਾਂ ਜੋ ਨਿਰਭਉ ਸਰੂਪ ਦਾ ਤੁਰਿਆ ਪਦ ਰੂਪ ਘਰ ਹੈ ਉਸ ਵਿੱਚ ਸਥਿਤ ਹੋ ਕੇ ਅਜੱਪਾ ਜਾਪਦਾ ਵਾਜਾ ਵਜਾਉਂਦਾ ਰਹਿੰਦਾ ਹੈ। ਅਨਹਦ ਵਾਜੈ ਭਰਮ ਪਉ ਭਾਜੈ। ਜੋ ਹੱਦ ਤੋਂ ਰਹਿਤ ਇੱਕ ਰਸ ਨਾਮ ਨੂੰ ਉਚਾਰਨ ਕਰਦਾ ਉਸ ਦਾ ਭਰਮ ਤੇ ਡਰ ਆਦਿਕ ਭੱਜ ਜਾਂਦਾ, ਨਿਵਰਤ ਹੋ ਜਾਂਦਾ, ਦੌੜ ਜਾਂਦਾ। ਸਗਲ ਵਿਆਪ ਰਹਿਆ ਪ੍ਰਭ ਛਾਜੈ। ਉਹਨੂੰ ਇਹ ਪ੍ਰਤੀਤ ਹੋ ਜਾਂਦਾ ਹੈ ਕਿ ਉਹ ਪਰਮਾਤਮਾ ਫੱਬ ਰਿਹਾ ਤੇ ਸਭ ਥਾਵਾਂ ਵਿੱਚ ਵਿਆਪਕ ਹੋ ਰਿਹਾ ਹੈ। ਸਭ ਤੇਰੀ ਤੂੰ ਗੁਰਮੁਖ ਜਾਤਾ। ਇਹ ਪਰਮਾਤਮਾ ਸਾਰੀ ਸ੍ਰਿਸ਼ਟੀ ਤੇਰੀ ਹੀ ਸਾਜੀ ਹੋਈ ਹੈ। ਤੈਨੂੰ ਗੁਰਮੁਖ ਜਨਾਂ ਨੇ ਗੁਰਾਂ ਦੁਆਰਾ ਜਾਣਿਆ ਹੈ। ਦਰ ਸੋਹੈ ਗੁਣ ਗਾਏਂਦਾ। ਉਹ ਤੇਰੇ ਗੁਣਾਂ ਨੂੰ ਗਾਉਣਾ ਕਰਦੇ ਨੇ ਜਿਸ ਕਰਕੇ ਉਹ ਤੇਰੇ ਸਾਧ ਸੰਗਤ ਗਿਆਨ ਰੂਪ ਦਰਵਾਜ਼ੇ ਵਿੱਚ ਸਥਿਤ ਹੋ ਕੇ ਸ਼ੋਭਾ ਪਾਉਂਦੇ ਹਨ। ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਅਨਹਦ ਵਾਜੈ ਭ੍ਰਮ ਪਉ ਭਾਜੈ। ਸਗਲ ਵਿਆਪ ਰਹਿਆ ਪ੍ਰਭ ਛਾਜੈ। ਸਭ ਤੇਰੀ ਤੂੰ ਗੁਰਮੁਖ ਜਾਤਾ। ਦਰ ਸੋਹੈ ਗੁਣ ਗਾਏਂਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਗਲੀ ਮਹੱਲਾ ਤੀਜਾ। ਆਨੰਦ ਕੋ ਅੰਗਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰੂ ਤੋਂ ਪਾਇਆ ਸਹਿਜ ਸਿੱਧੀ ਮਨਵਤੀਆਂ ਵਾਧਾਈਆਂ। ਰਾਗ ਰਤਨ ਵਰਵਾਨ ਬਰੀਆਂ ਸਬਦ ਗਾਉਣ ਆਈਆਂ। ਸਬਦੋ ਗਾਵ ਹਰੀ ਕੇ ਰਮਨ ਜਨੀ ਵਸਾਇਆ। ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਮਨ ਮੇਰੇ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭੇ